ਸਤਨਾਮ ਵਾਹਿਗੁਰੂ ਸਾਹਿਬ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਾਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ ਦੇਂਦਿਆ ਟੋਟ ਨ ਆਵਈ ਅਗਣਤ ਭਰੇ ਭੰਡਾਰ। ਜੋ ਮੰਗਹਿ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਕਤੇ ਜੋ ਬੋਲੈ ਈਹਾ ਊਹਾ ਸੱਚ ਹੋਵੈ। ਹੋਵੈ ਸਿਫਤ ਖਸਮ ਦੀ ਨੂਰ ਇੱਕ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਸਤਨਾਮ ਵਾਹਿਗੁਰੂ ਸਾਹਿਬ ਜੀ। ਗੌੜੀ ਮਹੱਲਾ ਪੰਜਵਾ। ਮੋਹਿ ਦਾਸਰੋ ਠਾਕੁਰ ਕੋ ਧਾਨ ਪ੍ਰਭ ਕਾ ਖਾਨਾ। ਮੋਹਿ ਦਾਸਰੋ ਠਾਕੁਰ ਕੋ ਧਾਨ ਪ੍ਰਭ ਕਾ ਖਾਨਾ। ਰਹਾਉ ਐਸੋ ਹੈ ਰੇ ਖਸਮ ਹਮਾਰਾ ਖਿਨ ਮੈਂ ਸਾਜ ਸਵਾਰਨ ਹਾਰਾ। ਕਾਮ ਕਰੀਜੈ ਠਾਕੁਰ ਭਾਵਾ ਗੀਤ ਚਰਿਤ ਪ੍ਰਭ ਕੇ ਗੁਣ ਗਾਵਾ। ਸ਼ਰਨ ਪਰਿਓ ਠਾਕੁਰ ਵਜੀਰਾ ਤਿੰਨਾ ਦੇਖ ਮੇਰਾ ਮਨ ਧੀਰਾ। ਏਕ ਟੇਕ ਏਕੋ ਆਧਾਰਾ ਜਨ ਨਾਨਕ ਹਰਿ ਕੀ ਲਾਗਾ ਕਾਰਾ। ਏਕ ਟੇਕ ਏਕੋ ਆਧਾਰਾ ਜਨ ਨਾਨਕ ਹਰਿ ਕੀ ਲਾਗਾ ਕਾਰਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਾਬਰ ਤਖਤ ਦੇ ਮਾਲਕ ਦੋ ਜਹਾਨ ਦੇ ਵਾਲੀ ਲੋਕ ਪਰਲੋਕ ਦੇ ਰਾਖੇ ਜਾਹਰਾ ਜਹੂਰ ਹਾਜਰਾ ਹਜੂਰ ਸਰਬ ਕਲਾ ਭਰਪੂਰ ਜਾਗਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਕਿ ਗੁਰੂ ਨੇ ਬੜੀ ਹੀ ਰਹਿਮਤ ਕਿਰਪਾ ਕੀਤੀ ਹੈ। ਸੰਗਤਾਂ ਨੂੰ ਅੰਮ੍ਰਿਤ ਵੇਲੇ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ੇ ਹਨ। ਆਓ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਹੋਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੀ ਵਿਚਾਰ ਸ਼ਰਵਣ ਕਰਦੇ ਹੋਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਦੀਦਾਰੇ ਕਰਦੇ ਹੋਏ
ਗੁਰੂ ਨੂੰ ਸੀਸ ਝੁਕਾਉਂਦੇ ਹੋਏ, ਡੰਡੌਤ ਵੰਦਨਾ ਕਰਦੇ ਹੋਏ, ਅਰਦਾਸਾਂ ਬੇਨਤੀਆਂ ਕਰਦੇ ਹੋਏ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ੀ ਹੋਈ ਫਤਿਹ ਬੁਲੰਦ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਅਪਾਰ ਰਹਿਮਤ ਕਿਰਪਾ ਕੀਤੀ ਹੈ ਕਿ ਕਾਫੀ ਸਮੇਂ ਤੋਂ ਲੈ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਲੜੀਵਾਰ ਵਿਚਾਰ ਪ੍ਰਾਰੰਭ ਹੈ। ਗੌੜੀ ਰਾਗ ਦੇ ਅੰਦਰ 292 ਅੰਗ ਤੇ ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਾਣੀ ਹੈ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 292 ਅੰਗ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਾਣੀ ਸੁਸ਼ੋਭਿਤ ਹੈ। ਬਾਣੀ ਦੁਆਰਾ ਗੁਰੂ ਅਰਜਨ ਦੇਵ ਮਹਾਰਾਜ ਜੀ ਸੰਗਤਾਂ ਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ, ਸਮਝਾ ਰਹੇ ਹਨ। ਮਹਾਰਾਜ ਜੀ ਕਹਿਣ ਲੱਗੇ, ਮੋਹੇ ਦਾਸਰੋ ਠਾਕੁਰ ਕੋ ਕਿ ਹੇ ਭਾਈ, ਮੋਹੇ ਮੈਂ ਆਪਣੇ ਠਾਕੁਰ, ਆਪਣੇ ਸੁਆਮੀ ਮਾਲਕ ਪਰਮੇਸ਼ਰ ਦਾ ਦਾਸਰੋ ਹਾਂ, ਦਾਸ ਹਾਂ। ਮੋਹੇ ਦਾਸਰੋ ਠਾਕੁਰ ਕੋ ਹੈ ਭਾਈ, ਮੋਹੇ ਮੈਂ ਆਪਣੇ ਠਾਕੁਰ ਸੁਆਮੀ ਪਰਮੇਸ਼ਰ ਦਾ ਦਾਸ ਰੋਹਾਂ, ਦਾਸ ਹਾਂ, ਸੇਵਕ ਹਾਂ। ਧਾਨ ਪ੍ਰਭ ਕਾ ਖਾਨਾ ਕਿ ਉਸ ਪ੍ਰਭੂ, ਉਸ ਪਰਮੇਸ਼ਰ ਦਾ ਦਿੱਤਾ ਹੋਇਆ ਧਾਨ, ਅੰਨ ਆਦਿਕ ਪਦਾਰਥ ਖਾਂਦਾ ਹਾਂ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ ਸਿੱਖ ਸੰਗਤਾਂ ਨੂੰ ਕਿ ਹੇ ਭਾਈ, ਮੋਹੇ ਮੈਂ ਆਪਣੇ ਠਾਕੁਰ ਸੁਆਮੀ ਪਰਮੇਸ਼ਰ ਦਾ ਦਾਸ ਹਾਂ ਅਤੇ ਉਸ ਪ੍ਰਭੂ, ਉਸ ਪਰਮੇਸ਼ਰ ਦਾ ਦਿੱਤਾ ਹੋਇਆ ਧਾਨ, ਅੰਨ ਆਦਿਕ ਪਦਾਰਥ ਖਾਂਦਾ ਹਾਂ ਕਿ ਧਿਆਨ ਕਰਨ ਰੂਪੀ ਪਦਾਰਥ ਖਾਂਦਾ ਹਾਂ। ਰਹਾਉ ਵਿਸ਼ਰਾਮ ਦੇ ਕੇ ਮਹਾਰਾਜ ਜੀ ਕਹਿਣ ਲੱਗੇ, ਐਸੋ ਹੈ ਰੇ ਖਸਮ ਹਮਾਰਾ, ਹੇ ਭਾਈ ਐਸੋ ਅਜਿਹਾ ਇਸ ਪ੍ਰਕਾਰ ਦਾ ਹਮਾਰਾ ਸਾਡਾ, ਤਮਾਮ ਦਾ ਸਾਰੇ ਜੀਵਾਂ ਦਾ ਖਸਮ ਮਾਲਕ ਪਰਮੇਸ਼ਰ ਹੈ ਕਿ ਜੋ ਖਿਨਮੈ ਸਾਜ ਸਵਾਰਨ ਹਾਰਾ। ਜੋ ਖਿਨ ਹੁੰਦਾ ਅੱਖ ਝਮਕਣ ਦੇ ਸਮੇਂ ਵਿੱਚ ਹੀ ਬ੍ਰਹਮਾ ਆਦਿਕ ਨੂੰ ਸਾਜ ਹੁੰਦਾ ਰਚ ਕਰਕੇ ਸ੍ਰਿਸ਼ਟੀ ਨੂੰ ਸਵਾਰਨ ਹਾਰਾ, ਸਵਾਰਨ ਵਾਲਾ ਹੈ। ਐਸੋ ਹੈ ਰੇ ਖਸਮ ਹਮਾਰਾ, ਖਿਨਮੈ ਸਾਜ ਸਵਾਰਨ ਹਾਰਾ। ਹੈ ਭਾਈ ਐਸੋ ਅਜਿਹਾ ਇਸ ਪ੍ਰਕਾਰ ਦਾ ਸਾਡਾ ਤਮਾਮ ਦਾ ਖਸਮ ਮਾਲਕ ਪਰਮੇਸ਼ਰ ਹੈ। ਖਿਨਮੈ ਸਾਜ ਸਵਾਰਨ ਹਾਰਾ, ਜੋ ਖਿਨ ਅੱਖ ਝਮਕਣ ਦੇ ਸਮੇਂ ਵਿੱਚ ਹੀ ਬ੍ਰਹਮਾ ਆਦਿਕ ਨੂੰ ਸਾਜ ਕਰਕੇ ਸ੍ਰਿਸ਼ਟੀ ਨੂੰ ਸਵਾਰਨ ਵਾਲਾ ਹੈ। ਜੋ ਇੱਕ ਖਿਨ ਵਿੱਚ ਸ਼ਰਾਵਣ ਮੰਨਣ ਨਿਧਾਸਣ ਆਦਿਕ ਨੂੰ ਸਾਜ ਕਰਕੇ ਅਧਿਕਾਰੀਆਂ ਦੇ ਹਿਰਦੇ ਵਿੱਚ ਅਪਰੋਖ ਗਿਆਨ ਨੂੰ ਸਵਾਰਨ ਵਾਲਾ ਹੈ। ਇੱਕ ਛਿਨ ਵਿੱਚ ਹੀ ਦੇਹਾਂ ਨੂੰ ਸਾਜ ਕਰਕੇ, ਬਣਾ ਕਰਕੇ, ਉਹਨਾਂ ਨੂੰ ਪਾਲਣਾ ਪੋਸਣਾ ਕਰਕੇ ਸਵਾਰਨ ਵਾਲਾ ਹੈ। ਉਹੀ ਇਸ ਦੇਹਾਂ ਨੂੰ ਸਵਾਰ ਰਿਹਾ ਹੈ। ਕਾਮ ਕਰੀ ਜੈ ਠਾਕੁਰ ਭਾਵਾ, ਹੇ ਭਾਈ ਉਹੀ ਕਾਮ, ਉਹੀ ਕੰਮ ਕਰੀਏ। ਜੈ ਠਾਕੁਰ ਭਾਵਾ, ਜੈ ਜਿਹੜਾ ਠਾਕੁਰ ਸੁਆਮੀ ਵਾਹਿਗੁਰੂ ਨੂੰ ਭਾਉਂਦਾ ਹੈ, ਚੰਗਾ ਲੱਗਦਾ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਕਾਮ ਕਰੀ ਜੈ ਠਾਕੁਰ ਭਾਵਾ, ਹੇ ਭਾਈ ਉਹੀ ਕਾਮ ਕੰਮ ਕਰੀਏ। ਜੈ ਭਾਵਾ, ਜੈ ਠਾਕੁਰ ਭਾਵਾ, ਜੈ ਜਿਹੜਾ ਠਾਕੁਰ ਸੁਆਮੀ ਵਾਹਿਗੁਰੂ ਨੂੰ ਭਾਵਾ, ਭਾਉਂਦਾ ਹੈ, ਚੰਗਾ ਲੱਗਦਾ ਹੈ, ਉਹੀ ਕੰਮ ਕਰੀਏ ਕਿ ਸ਼ੁਭ ਕਾਮ, ਕਿ ਸ਼ੁਭ ਕਰਮ ਕਰੀਏ ਤੇ ਪਰਮੇਸ਼ਰ ਨੂੰ ਭਾਵਾਂਗੇ, ਫੇਰ ਚੰਗੇ ਲੱਗਾਂਗੇ। ਜੇ ਅਸੀਂ ਸ਼ੁਭ ਕਰਮ ਕਰਾਂਗੇ
ਤਾਂ ਠਾਕੁਰ ਪਰਮੇਸ਼ਰ ਨੂੰ ਭਾਵਾਂਗੇ, ਚੰਗੇ ਲੱਗਾਂਗੇ। ਜੋ ਪਰਮੇਸ਼ਰ ਦੇ ਗੀਤ ਜਸ ਰੂਪ ਕੌਤਕ ਹਨ, ਉਹਨਾਂ ਸਿਫਤਾਂ ਨੂੰ ਕੀਰਤਨ ਵਿੱਚ ਪਾ ਕੇ, ਸਿਫਤੀ ਵਿੱਚ ਪਾ ਕੇ ਗਾਉਣਾ ਕਰੀਏ ਕਿ ਉਸ ਪ੍ਰਭੂ ਦੇ ਗੁਣਾਂ ਨੂੰ, ਸਿਫਤਾਂ ਨੂੰ ਸੰਗਤ ਵਿੱਚ ਮਿਲ ਕਰਕੇ ਗਾਉਣਾ ਕਰੀਏ। ਫਿਰ ਹੀ ਉਸ ਪਰਮੇਸ਼ਰ ਨੂੰ ਭਾਵਾਂਗੇ, ਫਿਰ ਹੀ ਉਸ ਪਰਮੇਸ਼ਰ ਨੂੰ ਚੰਗੇ ਲੱਗਾਂਗੇ। ਸਰਨ ਪਰਿਓ ਠਾਕੁਰ ਵਜੀਰਾ, ਹੇ ਠਾਕੁਰ ਸੁਆਮੀ ਪਰਮੇਸ਼ਰ, ਜੋ ਤੇਰੇ ਵਜੀਰਾ ਮੰਤਰੀ ਸੰਤ ਜਨ ਹਨ, ਸੇਵਕ ਜਨ ਹਨ, ਨਾਮ ਜਪਣ ਵਾਲੇ ਮਹਾਂਪੁਰਖ ਹਨ, ਅਸੀਂ ਉਹਨਾਂ ਦੀ ਸਰਨ, ਉਹਨਾਂ ਦੀ ਓਟ ਵਿੱਚ ਪਏ ਹਾਂ ਕਿ ਉਹਨਾਂ ਨੂੰ ਤਿੰਨਾਂ ਦੇਖ ਮੇਰਾ ਮਨ ਧੀਰਾ, ਕਿ ਤਿੰਨਾਂ ਨੂੰ, ਉਹਨਾਂ ਨੂੰ ਵੇਖ ਕਰਕੇ ਸਾਡਾ ਮਨ, ਸਾਡਾ ਹਿਰਦਾ ਧੀਰਜਤਾ ਵਾਲਾ ਹੋ ਗਿਆ ਹੈ। ਸਰਨ ਪਰਿਓ ਠਾਕੁਰ ਵਜੀਰਾ, ਤਿੰਨਾਂ ਦੇਖ ਮੇਰਾ ਮਨ ਧੀਰਾ, ਹੇ ਠਾਕੁਰ ਸੁਆਮੀ ਪਰਮੇਸ਼ਰ, ਜੋ ਤੇਰੇ ਵਜੀਰਾ ਮੰਤਰੀ ਸੰਤ ਜਨ ਹਨ, ਅਸੀਂ ਉਹਨਾਂ ਦੀ ਸਰਨ ਵਿੱਚ ਪਏ ਹਾਂ ਤੇ ਤਿੰਨਾਂ ਨੂੰ ਵੇਖ ਕਰਕੇ ਸਾਡਾ ਮਨ, ਸਾਡਾ ਹਿਰਦਾ ਧੀਰਜਤਾ ਵਾਲਾ ਹੋ ਗਿਆ ਹੈ। ਏਕ ਟੇਕ ਏਕੋ ਆਧਾਰਾ, ਏਕ ਇੱਕੋ ਹੀ ਪਰਮੇਸ਼ਰ ਦੀ ਇਸ ਲੋਕ ਵਿੱਚ ਟੇਕ ਓਟ ਹੈ। ਏਕ ਟੇਕ ਏਕੋ ਆਧਾਰਾ, ਏਕ ਇੱਕੋ ਹੀ ਪਰਮੇਸ਼ਰ ਦੀ ਇਸ ਲੋਕ ਵਿੱਚ ਓਟ ਹੈ ਅਤੇ ਪਰਲੋਕ ਵਿੱਚ ਵੀ ਇੱਕ ਦਾ ਹੀ ਆਸਰਾ ਹੈ, ਉਸ ਪਰਮੇਸ਼ਰ ਦਾ। ਜਨ ਨਾਨਕ ਹਰਿ ਕੀ ਲਾਗਾ ਕਾਰਾ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਅਸੀਂ ਜਨ, ਅਸੀਂ ਦਾਸ, ਹਰੀ ਦੀ ਭਗਤੀ ਰੂਪੀ ਕਾਰ, ਹਰੀ ਦੀ ਭਗਤੀ ਰੂਪੀ ਕਮਾਈ ਦੇ ਵਿੱਚ ਲੱਗੇ ਹਾਂ। ਗੌੜੀ ਮਹੱਲਾ ਪੰਜਵਾ। ਹੈ ਕੋਈ ਐਸਾ ਹਉਮੈ ਤੋਰੈ, ਇਸ ਮਿੱਠੀ ਤੇ ਇਹੋ ਮਨ ਹੋਰੈ ਰਹਾਉ। ਹੈ ਕੋਈ ਐਸਾ ਹਉਮੈ ਤੋਰੈ, ਇਸ ਮਿੱਠੀ ਤੇ ਇਹੋ ਮਨ ਹੋਰੈ ਰਹਾਉ। ਅਗਿਆਨੀ ਮਨੁੱਖ ਭਇਆ, ਜੋ ਨਾਹੀ ਸੋ ਲੋਰੈ, ਰੈਣ ਅੰਧਾਰੀ ਕਾਰਿਆ, ਕਾਵਨ ਜੁਗਤ ਜਿਤ ਭੋਰੈ। ਭਰਮ ਤੋਂ ਹਾਰਿਆ, ਆਨਕ ਵਿਧੀ ਕਰ ਟੋਰੈ। ਕਹੋ ਨਾਨਕ ਕਿਰਪਾ ਭਈ, ਸਾਧ ਸੰਗਤ ਨਿਧ ਮੋਰੈ। ਭਰਮ ਤੋਂ ਹਾਰਿਆ, ਆਨਕ ਵਿਧੀ ਕਰ ਟੋਰੈ। ਕਹੋ ਨਾਨਕ ਕਿਰਪਾ ਭਈ, ਸਾਧ ਸੰਗਤ ਨਿਧ ਮੋਰੈ। ਗੁਰੂ ਅਰਜਨ ਦੇਵ ਮਹਾਰਾਜ ਜੀ ਬੜੇ ਹੀ ਵਿਸਥਾਰ ਦੇ ਨਾਲ ਸਮਝਾ ਰਹੇ ਹਨ। ਮਹਾਰਾਜ ਜੀ ਕਹਿਣ ਲੱਗੇ, ਹੈ ਕੋਈ ਐਸਾ, ਇਹ ਭਾਈ ਕੋਈ ਇੱਕ ਅੱਧਾ ਅਜਿਹਾ ਸੂਰਮਾ ਹੈ ਜਿਹੜਾ ਹਉਮੈ ਤੋਰੈ, ਜਿਹੜਾ ਹਉਮੈ ਹੰਗਤਾ ਮਮਤਾ ਨੂੰ ਤੋੜ ਦੇਵੇ। ਮਹਾਰਾਜ ਜੀ ਕਥਨ ਕਰਦੇ ਹਨ ਕਿ ਹੈ ਕੋਈ ਐਸਾ ਹਉਮੈ ਤੋਰੈ, ਹੈ ਭਾਈ ਕੋਈ ਇੱਕ ਅੱਧਾ ਅਜਿਹਾ ਸੂਰਮਾ ਹੈ ਜਿਹੜਾ ਹਉਮੈ ਹੰਗਤਾ ਮਮਤਾ ਨੂੰ ਤੋੜ ਦੇਵੇ ਅਤੇ ਇਸ ਮਿੱਠੀ ਤੇ ਇਹੋ ਮਨ ਹੋਰੈ, ਅਤੇ ਇਸ ਮਿੱਠੀ ਮਾਇਆ ਤੋਂ ਇਹ ਮਨ ਨੂੰ ਹੋਰੈ ਹੋੜ ਲਵੇ, ਭਾਵ ਰੋਕ ਲਵੇ, ਮੋੜ ਲਵੇ। ਕੋਈ ਐਸਾ ਇੱਕ ਅੱਧਾ ਸੂਰਮਾ ਹੈ ਜਿਹੜਾ ਹਉਮੈ ਹੰਗਤਾ ਨੂੰ ਤੋੜ ਦੇਵੇ ਤੇ ਇਸ ਮਿੱਠੀ ਮਾਇਆ ਤੋਂ ਆਪਣੇ ਮਨ ਨੂੰ ਮੋੜ ਲਵੇ, ਰੋਕ ਲਵੇ। ਜੈਸਾ ਕਿ ਮੁਖ ਮਿੱਠੀ ਖਾਈ ਕਉ ਰਾਏ, ਬਿਖੈ ਕੜਤਨ ਸਗਲ ਮਹਿ ਜਗਤ ਰਹੀ ਲਪਟਾਏ। ਨਾਨਕ ਜਨ ਵਿਚਾਰਿਆ, ਮੀਠਾ ਹਰ ਕਾ ਨਾਉ। ਮਹਾਰਾਜ ਜੀ ਕਹਿਣ ਲੱਗੇ
ਕਿ ਮੁੱਖ ਮਿੱਠੀ, ਕਿ ਮੁੱਖ ਦੇ ਨਾਲ ਮਿੱਠੀ ਚੀਜ਼ ਖਾਂਦਾ ਹੈ। ਕਉ ਰਾਏ ਸਵਾਦ ਕੌੜਾ ਆਉਂਦਾ ਹੈ। ਬਿਖੈ ਕੜੱਤਣ ਇਹ ਬਿਉ ਰੂਪੀ ਮਾਇਆ ਹੈ ਕੜੱਤਣ। ਸਾਗਲ ਮਾਹੇ ਜਗਤ ਰਹੀ ਲਪਟਾਏ। ਇਹ ਸਾਗਲ ਸਾਰੇ ਜਗਤ ਦੇ ਵਿੱਚ ਜਗਤ ਨੂੰ ਲਪਟਾਈ ਫਿਰਦੀ ਹੈ। ਜੀਵ ਮਿੱਠੀ ਕਰਕੇ ਚੀਜ਼ ਖਾਂਦਾ ਹੈ ਪਰ ਹੈ ਕੌੜੀ। ਬਿਖੈ ਕੜੱਤਣ ਕਿ ਬਿਖੈ ਬਿਉ ਰੂਪੀ ਮਾਇਆ ਹੈ ਕੜੱਤਣ ਵਾਲੀ। ਪਰ ਸਾਗਲ ਮਾਹੇ ਜਗਤ ਰਹੀ ਲਪਟਾਏ। ਸਾਰੇ ਜਗਤ ਨੂੰ ਇਹ ਲਪਟਾਈ ਫਿਰਦੀ ਹੈ। ਨਾਨਕ ਜਨ ਵਿਚਾਰਿਆ। ਮਹਾਰਾਜ ਜੀ ਕਹਿਣ ਲੱਗੇ ਜਿਸ ਸੇਵਕ ਨੇ ਇਹ ਵਿਚਾਰ ਕੀਤੀ ਕਿ ਮੀਠਾ ਹਰਿ ਕਾ ਨਾਉ, ਜੋ ਪਰਮੇਸ਼ਰ ਦੇ ਜਨ ਸੇਵਕ ਹਨ, ਨਾਮ ਜਪਣ ਵਾਲੇ ਹਨ, ਉਹ ਇਹ ਮਾਇਆ ਨੂੰ ਕੌੜੀ ਸਮਝ ਕੇ ਨਹੀਂ ਖਾਂਦੇ, ਭਾਵ ਨਹੀਂ ਉਸ ਦੇ ਵਿੱਚ ਮਨ ਲਾਉਂਦੇ। ਤੇ ਮੀਠਾ ਹਰਿ ਕਾ ਨਾਉ, ਉਹ ਇਹ ਸਮਝਦੇ ਹਨ ਕਿ ਪਰਮੇਸ਼ਰ ਦਾ ਨਾਮ ਮਿੱਠਾ ਹੈ। ਫਿਰ ਉਹ ਭਗਤ ਜਨ ਨਾਮ ਜਪਣ ਦੇ ਵਿੱਚ ਹੀ ਆਪਣੇ ਮਨ ਨੂੰ ਲਾਉਂਦੇ ਹਨ ਤੇ ਜਿਹਬਾ ਦੇ ਨਾਲ ਨਾਮ ਦਾ ਰਸ ਲੈਂਦੇ ਹਨ। ਜੋ ਨਾਮ ਦਾ ਰਸ ਇਸ ਮਾਇਆ ਦੇ ਨਾਲੋਂ ਕਿਤੇ ਹੀ ਵੱਧ ਹੈ। ਅਗਿਆਨੀ ਮਨੁੱਖ ਭਇਆ ਜੋ ਨਾਹੀ ਸੋ ਲੋਰੈ। ਇਹ ਮਨੁੱਖ ਪੁਰਸ਼ ਅਗਿਆਨੀ ਕਿ ਅਗਿਆਨ ਦੇ ਸਹਿਤ ਹੋ ਗਿਆ ਹੈ। ਅਗਿਆਨੀ ਮਨੁੱਖ ਭਇਆ ਕਿ ਇਹ ਮਨੁੱਖ ਪੁਰਸ਼, ਇਹ ਜੀਵ ਅਗਿਆਨੀ ਗਿਆਨ ਤੋਂ ਹੀਣਾ ਹੋ ਗਿਆ ਹੈ। ਇਸ ਨੂੰ ਗਿਆਨ ਨਹੀਂ ਰਿਹਾ ਕਿ ਜੋ ਨਾਹੀ ਸੋ ਲੋਰੈ, ਜੋ ਜਿਹੜਾ ਪਦਾਰਥ ਨਾਲ ਨਹੀਂ ਜਾਣਾ ਉਹਨਾਂ ਨੂੰ ਲੋਰੈ, ਉਹਨਾਂ ਨੂੰ ਲੋਚਦਾ ਹੈ, ਉਹਨਾਂ ਨੂੰ ਚਾਹੁੰਦਾ ਰਹਿੰਦਾ ਹੈ। ਅਗਿਆਨੀ ਮਨੁੱਖ ਭਇਆ ਜੋ ਨਾਹੀ ਸੋ ਲੋਰੈ। ਇਹ ਮਨੁੱਖ ਪੁਰਖ ਅਗਿਆਨੀ, ਅਗਿਆਨ ਦੇ ਸਹਿਤ ਗਿਆਨ ਨਾ ਹੋਣ ਕਰਕੇ ਜੋ ਨਾਹੀ ਸੋ ਲੋਰੈ, ਜੋ ਜਿਹੜੇ ਪਦਾਰਥ ਨਾਲ ਨਹੀਂ ਜਾਣੇ ਸੋ ਉਹਨਾਂ ਨੂੰ ਲੋੜਦਾ ਹੈ, ਚਾਹੁੰਦਾ ਹੈ ਕਿ ਉਹਨਾਂ ਨੂੰ ਹੀ ਇਕੱਠੇ ਕਰਨ ਦੇ ਵਿੱਚ ਲੱਗਿਆ ਹੋਇਆ ਹੈ। ਜਿਹੜੇ ਪਦਾਰਥ ਇਹਦੇ ਨਾਲ ਨਹੀਂ ਜਾਣੇ। ਰੈਣ ਅੰਧਾਰੀ ਕਾਰੀਆ ਕਾਵਨ ਜੁਗਤ ਜਿਤ ਭੋਰੈ। ਇਹ ਅਵਸਥਾ ਰੂਪੀ ਰੈਣ ਰਾਤ ਅਵਿਦਿਆ ਕਰਕੇ ਬਹੁਤ ਅੰਧਾਰੀ ਹਨੇਰੀ ਤੇ ਪਾਪਾਂ ਕਰਕੇ ਕਾਰੀਆ ਕਾਲੀ ਹੋ ਰਹੀ ਹੈ। ਰੈਣ ਅੰਧਾਰੀ ਕਾਰੀਆ, ਇਹ ਅਵਸਥਾ ਰੂਪੀ ਰਾਤ ਅਵਿਦਿਆ ਕਰਕੇ ਹਨੇਰੀ ਤੇ ਪਾਪਾਂ ਕਰਕੇ ਕਾਲੀ ਹੋ ਰਹੀ ਹੈ। ਕਾਵਨ ਜੁਗਤ ਜਿਤ ਭੋਰੈ। ਇਸ ਵਿੱਚ ਕਾਵਨ ਕਿਹੜੀ ਜੁਗਤੀ ਹੈ ਜਿਸ ਕਰਕੇ ਭੋਰਾ ਹੁੰਦਾ ਦਿਨ ਚੜ੍ਹ ਜਾਵੇ, ਭਾਵ ਗਿਆਨ ਰੂਪੀ ਸੂਰਜ ਚੜ੍ਹ ਜਾਵੇ। ਕਿ ਇਹ ਕਿਹੜੀ ਜੁਗਤੀ ਹੈ ਕਿ ਇਹ ਅਵਸਥਾ ਰੂਪੀ ਰਾਤ ਅਵਿਦਿਆ ਕਰਕੇ ਹਨੇਰੀ ਤੇ ਪਾਪਾਂ ਕਰਕੇ ਕਾਲੀ ਹੋ ਰਹੀ ਹੈ। ਇਸ ਦੇ ਵਿੱਚ ਕਿਹੜੀ ਜੁਗਤੀ ਹੈ ਜਿਸ ਕਰਕੇ ਦਿਨ ਚੜ੍ਹ ਜਾਵੇ, ਭਾਵ ਗਿਆਨ ਰੂਪ ਸੂਰਜ ਚੜ੍ਹ ਜਾਵੇ ਤੇ ਅੰਦਰ ਪ੍ਰਕਾਸ਼ ਹੋ ਜਾਵੇ। ਭਰਮ ਤੋਂ ਹਾਰਿਆ। ਹੈ ਭਾਈ, ਮਹਾਰਾਜ ਜੀ ਕਹਿਣ ਲੱਗੇ ਕਿ ਮੈਂ ਜੂਨਾਂ ਵਿੱਚ ਭਰਮ ਦਾ ਹਾਰ ਚੁੱਕਿਆ ਹਾਂ। ਅਨਕ ਵਿਧੀ ਕਰ ਟੋਰੈ। ਅਨਕ ਅਨੇਕਾਂ ਵਿਧੀਆਂ ਕਰਕੇ ਪਰਮੇਸ਼ਰ ਦੇ ਨਾਮ ਨੂੰ ਟੋਲਣਾ ਕੀਤਾ ਹੈ, ਲੱਭਣਾ ਕੀਤਾ ਹੈ। ਭਰਮ ਤੋਂ ਹਾਰਿਆ। ਅਨਕ ਵਿਧੀ ਕਰ ਟੋਰੈ। ਹੇ ਭਾਈ, ਮਹਾਰਾਜ ਜੀ ਕਹਿਣ ਲੱਗੇ ਭਾਈ ਜੂਨਾਂ ਵਿੱਚ ਭਰਮ ਦਾ ਹਾਰ ਚੁੱਕਿਆ ਹਾਂ। ਅਨਕ ਵਿਧੀ ਕਰ ਟੋਰੈ। ਅਨੇਕਾਂ ਵਿਧੀਆਂ ਕਰਕੇ ਪਰਮੇਸ਼ਰ ਦੇ ਨਾਮ ਨੂੰ ਟੋਲਣਾ ਕੀਤਾ ਹੈ। ਕਹੋ ਨਾਨਕ ਕਿਰਪਾ ਭਈ ਸਾਧ ਸੰਗਤ ਨਿਧ ਮੋਰੈ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਥਨ ਕਰਦੇ ਹਨ ਕਿ ਜਦੋਂ ਵਾਹਿਗੁਰੂ ਦੀ ਕਿਰਪਾ
ਹੋਈ ਤਾਂ ਸਾਧ ਸੰਗਤ, ਸਾਧੂਆਂ ਦੀ ਸੰਗਤ ਵਿੱਚੋਂ ਮੈਨੂੰ ਨਾਮ ਦਾ ਖਜ਼ਾਨਾ ਪ੍ਰਾਪਤ ਹੋਇਆ। ਕਹੋ ਨਾਨਕ ਕਿਰਪਾ ਭਈ, ਸਾਧ ਸੰਗਤ ਨਿਤ ਮੋਰੈ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾ ਰਹੇ ਹਨ ਕਿ ਹੇ ਭਾਈ, ਜਦੋਂ ਵਾਹਿਗੁਰੂ ਦੀ ਕਿਰਪਾ ਹੋਈ, ਦਇਆ ਦ੍ਰਿਸ਼ਟੀ ਹੋਈ, ਤਾਂ ਸਾਧ ਸੰਗਤ ਦੇ ਵਿੱਚੋਂ, ਸਾਧੂਆਂ ਦੀ ਸੰਗਤ ਦੇ ਵਿੱਚੋਂ ਮਹਾਰਾਜ ਜੀ ਕਹਿਣ ਲੱਗੇ ਮੈਨੂੰ ਨਾਮ ਦਾ ਖਜ਼ਾਨਾ ਪ੍ਰਾਪਤ ਹੋਇਆ। ਗੌੜੀ ਮਹੱਲਾ ਪੰਜਵਾ। ਚਿੰਤਾ ਮਨ ਕਰਣਾ ਮਏ, ਰਹਾਉ ਦੀਨ ਦਿਆਲਾ ਪਾਰ ਬ੍ਰਹਮ, ਜਾਂ ਕੈ ਸਿਮਰਨ ਸੁਖ ਭਏ। ਅਕਾਲ ਪੁਰਖ ਅਗਾਧ ਬੋਧ, ਸੁਨਤ ਜਸੋ ਕੋਟ ਅਗ ਖਏ। ਕਿਰਪਾ ਨਿਧ ਪ੍ਰਭ ਮਇਆ ਧਾਰ, ਨਾਨਕ ਹਰ ਹਰ ਨਾਮ ਲਏ। ਕਿਰਪਾ ਨਿਧ ਪ੍ਰਭ ਮਇਆ ਧਾਰ, ਨਾਨਕ ਹਰ ਹਰ ਨਾਮ ਲਏ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ ਚਿੰਤਾ ਮਨ ਕਰਣਾ ਮਏ, ਕਿ ਇਹ ਚਿੰਤਾ ਮਨ, ਚਿਤਵੀਆਂ ਨੂੰ ਪੂਰੇ ਕਰਨ ਵਾਲੇ ਪਰਮੇਸ਼ਰ ਆਪ ਕਰਣਾ ਮਏ ਕਿਰਪਾਲੂ ਸਰੂਪ ਹੋ। ਕਿ ਚਿੰਤਾ ਮਨ ਕਰਣਾ ਮਏ, ਕਿ ਇਹ ਚਿੰਤਾ ਮਨ, ਚਿਤਵਨੀਆਂ ਨੂੰ ਪੂਰੇ ਕਰਨ ਵਾਲੇ ਪਰਮੇਸ਼ਰ ਆਪ ਕਰਣਾ ਮਏ ਕਿਰਪਾਲੂ ਸਰੂਪ ਹੋ। ਰਹਾਉ ਵਿਸ਼ਰਾਮ ਦੇ ਕੇ ਮਹਾਰਾਜ ਜੀ ਕਹਿਣ ਲੱਗੇ ਦੀਨ ਦਿਆਲਾ ਪਾਰ ਬ੍ਰਹਮ, ਜਿਹੜਾ ਦੀਨ ਗਰੀਬਾਂ ਤੇ ਦਿਆਲਾ ਕਿਰਪਾ ਕਰਨ ਵਾਲਾ ਪਾਰ ਬ੍ਰਹਮ ਪਰਮੇਸ਼ਰ ਹੈ। ਦੀਨ ਦਿਆਲਾ ਪਾਰ ਬ੍ਰਹਮ, ਜਿਹੜਾ ਦੀਨ ਗਰੀਬਾਂ ਤੇ ਦਿਆਲਾ ਕਿਰਪਾ ਕਰਨ ਵਾਲਾ ਪਾਰ ਬ੍ਰਹਮ ਪਰਮੇਸ਼ਰ ਹੈ। ਜਾਂ ਕੈ ਸਿਮਰਨ ਸੁਖ ਭਏ, ਜਾਂ ਕੈ ਜਿਸ ਦੇ ਸਿਮਰਨ ਕਰਨ ਕਰਕੇ ਸੁਖ ਦੇ ਸਹਿਤ ਪ੍ਰਾਪਤ ਹੋ ਗਏ ਹਾਂ। ਕਿ ਉਸ ਪਰਮੇਸ਼ਰ ਦਾ ਨਾਮ ਜਪਣ ਕਰਕੇ, ਸਿਮਰਨ ਕਰਕੇ ਸੁਖ ਹੁੰਦਾ ਕੁਸ਼ਲ, ਕਿ ਕੁਸ਼ਲ ਦੇ ਸਹਿਤ, ਸੁੱਖਾਂ ਦੇ ਸਹਿਤ ਹੋਏ ਹਾਂ। ਅਕਾਲ ਪੁਰਖ ਅਗਾਧ ਬੋਧ, ਹੇ ਅਕਾਲ ਪੁਰਖ, ਹੇ ਅਕਾਲ ਕਾਲ ਤੋਂ ਰਹਿਤ, ਅਕਾਲ ਪੁਰਖ, ਹੇ ਅਕਾਲ ਕਾਲ ਤੋਂ ਰਹਿਤ, ਸਾਰੇ ਥਾਵਾਂ ਵਿੱਚ ਪੁਰਖ ਪੂਰਨ ਪਰਮੇਸ਼ਰ। ਅਗਾਧ ਬੋਧ, ਆਪ ਜੀ ਦਾ ਬੋਧ ਗਿਆਨ ਵਿਚਾਰ ਅਗਾਧ ਹੈ, ਬੇਅੰਤ ਹੈ। ਸੁਨਤ ਜਸੋ ਕੋਟ ਅਗ ਖਏ, ਆਪ ਜੀ ਦਾ ਜਸ ਸੁਣਦਿਆਂ ਕੋਟ ਕਰੋੜਾਂ ਜਨਮਾਂ ਦੇ ਅਗ ਪਾਪ ਨਾਸ ਹੋ ਗਏ ਹਨ। ਕਿ ਹੇ ਕਾਲ ਤੋਂ ਰਹਿਤ, ਸਾਰੇ ਥਾਵਾਂ ਵਿੱਚ ਪੂਰਨ ਪਰਮੇਸ਼ਰ ਆਪ ਜੀ ਦਾ ਬੋਧ ਗਿਆਨ ਵਿਚਾਰ ਬੇਅੰਤ ਹੈ। ਆਪ ਜੀ ਦਾ ਜਸ ਸੁਣਦਿਆਂ ਕਰੋੜਾਂ ਜਨਮਾਂ ਦੇ ਪਾਪ ਨਾਸ ਹੋ ਗਏ ਹਨ। ਕਿਰਪਾ ਨਿਧ ਪ੍ਰਭ ਮਇਆ ਧਾਰ, ਹੇ ਕਿਰਪਾ ਦੇ ਨਿਧ ਸਮੁੰਦਰ, ਕਿਰਪਾ ਦੇ ਖਜ਼ਾਨੇ ਪਰਮੇਸ਼ਰ ਸਾਡੇ ਤੇ ਮਇਆ, ਸਾਡੇ ਤੇ ਕਿਰਪਾ ਦ੍ਰਿਸ਼ਟੀ ਧਾਰਨੀ ਕਰੋ। ਕਿਰਪਾ ਨਿਧ ਪ੍ਰਭ ਮਇਆ ਧਾਰ, ਹੇ ਕਿਰਪਾ ਦਇਆ ਦੇ ਨਿਧ ਸਮੁੰਦਰ ਪ੍ਰਭੂ ਪਰਮੇਸ਼ਰ ਸਾਡੇ ਤੇ ਮਇਆ ਕਿਰਪਾ ਦ੍ਰਿਸ਼ਟੀ ਧਾਰਨੀ ਕਰੋ। ਨਾਨਕ ਹਰ ਹਰ ਨਾਮ ਲਏ। ਸਤਿਗੁਰੂ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਥਨ ਕਰਦੇ ਹਨ ਕਿ ਹੇ ਹਰੀ, ਹਰੇਕ ਦੇ ਪਾਪਾਂ ਨੂੰ ਹਰਨ ਵਾਲੇ ਹਰੀ ਪਰਮੇਸ਼ਰ, ਅਸੀਂ ਆਪ ਜੀ ਦੇ ਨਾਮ ਨੂੰ ਗੁਰਾਂ ਤੋਂ ਲੈ ਕੇ ਜਪਦੇ ਰਹੀਏ। ਕਿ ਨਾਨਕ ਹਰ ਹਰ ਨਾਮ ਲਏ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹੇ ਹਰੀ ਪਰਮੇਸ਼ਰ, ਹਰੇਕ ਦੇ ਪਾਪਾਂ ਨੂੰ ਨਾਸ ਕਰਨ ਵਾਲੇ ਅਸੀਂ ਆਪ ਜੀ ਦੇ ਨਾਮ ਨੂੰ ਗੁਰਾਂ ਤੋਂ ਲੈ ਕੇ ਜਪਦੇ ਰਹੀਏ। ਗੌੜੀ ਪੂਰਬੀ ਮਹੱਲਾ ਪੰਜਵਾ। ਮੇਰੇ ਮਨ ਸਰਨ ਪ੍ਰਭੂ ਸੁਖ ਪਾਏ,
ਜਾਂ ਦਿਨ ਬਿਸਰੈ ਪ੍ਰਾਨ ਸੁਖ ਦਾਤਾ, ਸੋ ਦਿਨ ਜਾਤ ਅਜਾਏ ਰਹਾਉ। ਏਕ ਰੈਣ ਕੇ ਪਹੁਣ ਤੁਮ ਆਏ, ਬਹੁ ਜੁਗ ਆਸ ਵਧਾਏ। ਗ੍ਰਹਿ ਮੰਦਰ ਸੰਪੈ ਜੋ ਦਿਸੈ, ਜਉ ਤਰਬਰ ਕੀ ਛਾਏ। ਤਾਨ ਮੇਰਾ ਸੰਪੈ ਸਭ ਮੇਰੀ, ਬਾਗ ਮਿਲਖ ਸਭ ਜਾਏ। ਦੇਵਨ ਹਾਰਾ ਬਿਸਰਿਓ ਠਾਕੁਰ, ਖਿਨ ਮੈਂ ਹੋਤ ਪਰਾਏ। ਪਹਿਰੈ ਬਾਗਾ ਕਰ ਇਸ਼ਨਾਨਾ, ਚੋਆ ਚੰਦਨ ਲਾਏ। ਨਿਰਭਉ ਨਿਰੰਕਾਰ ਨਹੀਂ ਚੀਨਿਆ, ਜਉ ਹਸਤੀ ਨਾਵਾਏ। ਜੋ ਹੋਏ ਕਿਰਪਾਲਤਾ ਸਤਿਗੁਰ ਮੇਲੈ, ਸਾਭ ਸੁਖ ਹਰਿ ਕੈ ਨਾਏ। ਮੁਕਤ ਭਇਆ ਬੰਧਨ ਗੁਰ ਖੋਲੇ, ਜਨ ਨਾਨਕ ਹਰਿ ਗੁਣ ਗਾਏ। ਮੁਕਤ ਭਇਆ ਬੰਧਨ ਗੁਰ ਖੋਲੇ, ਜਨ ਨਾਨਕ ਹਰਿ ਗੁਣ ਗਾਏ। ਗੁਰੂ ਅਰਜਨ ਦੇਵ ਮਹਾਰਾਜ ਜੀ ਗੌੜੀ ਰਾਗ ਦੇ ਅੰਦਰ ਬੜੇ ਹੀ ਵਿਸਥਾਰ ਦੇ ਨਾਲ ਗੁਰਬਾਣੀ ਦੁਆਰਾ ਸਮਝਾਉਣਾ ਕਰਦੇ ਹਨ। ਮਹਾਰਾਜ ਜੀ ਕਹਿਣ ਲੱਗੇ, ਮੇਰੇ ਮਨ ਕਿ ਹੇ ਮੇਰੇ ਪਿਆਰੇ ਮਨਾ, ਸਰਨ ਪ੍ਰਭੂ ਸੁਖ ਪਾਏ। ਕਿ ਪ੍ਰਭੂ ਪਰਮੇਸ਼ਰ ਦੀ ਸਰਨ, ਪਰਮੇਸ਼ਰ ਦੀ ਓਟ ਵਿੱਚ ਹੀ ਸਭ ਸੁੱਖ ਪ੍ਰਾਪਤ ਕੀਤੇ ਜਾਂਦੇ ਹਨ। ਮੇਰੇ ਮਨ ਸਰਨ ਪ੍ਰਭੂ ਸੁਖ ਪਾਏ। ਮਹਾਰਾਜ ਜੀ ਕਹਿਣ ਲੱਗੇ, ਹੇ ਮੇਰੇ ਪਿਆਰੇ ਮਨਾ, ਪ੍ਰਭੂ ਦੀ, ਪਰਮੇਸ਼ਰ ਦੀ ਸਰਨ ਵਿੱਚ ਹੀ, ਓਟ ਵਿੱਚ ਹੀ ਸਭ ਸੁੱਖ ਪ੍ਰਾਪਤ ਕੀਤੇ ਜਾਂਦੇ ਹਨ। ਜਾਂ ਦਿਨ ਵਿਸਰੈ ਪ੍ਰਾਨ ਸੁਖ ਦਾਤਾ, ਜਾਂ ਜਿਸ ਦਿਨ ਤੈਨੂੰ ਸਵਾਸਾਂ ਨੂੰ ਸੁੱਖ ਦੇਣ ਵਾਲਾ ਪਰਮੇਸ਼ਰ ਬਿਸਰੈ ਭੁੱਲ ਜਾਂਦਾ ਹੈ। ਕਿ ਜਿਸ ਦਿਨ ਜਾਂ ਰੋਜ਼ ਤੈਨੂੰ ਪ੍ਰਾਨ ਸਵਾਸਾਂ ਨੂੰ ਸੁੱਖ ਦਾਤਾ, ਸੁੱਖ ਦੇਣ ਵਾਲਾ ਪਰਮੇਸ਼ਰ ਬਿਸਰੈ ਹੁੰਦਾ, ਭੁੱਲ ਜਾਂਦਾ ਹੈ। ਸੋ ਦਿਨ ਜਾਤ ਅਜਾਏ, ਸੋ ਉਹ ਦਿਨ, ਉਹ ਦਿਵਸ ਅਜਾਏ ਬੇਅਰਥ ਹੀ ਚਲਿਆ ਜਾਂਦਾ ਹੈ। ਜਿਸ ਦਿਨ ਤੈਨੂੰ ਸਵਾਸਾਂ ਨੂੰ ਸੁੱਖ ਦੇਣ ਵਾਲਾ ਦਾਤਾ ਪਰਮੇਸ਼ਰ ਭੁੱਲ ਜਾਂਦਾ ਹੈ, ਉਹ ਦਿਨ ਬੇਅਰਥ ਹੀ ਚਲਿਆ ਜਾਂਦਾ ਹੈ। ਰਹਾਉ ਵਿਸ਼ਰਾਮ ਦੇ ਕੇ ਮਹਾਰਾਜ ਜੀ ਅੱਗੇ ਕਹਿਣ ਲੱਗੇ, ਏਕ ਰੈਣ ਕੇ ਪਹੁਣ ਤੁਮ ਆਏ। ਹੇ ਜੀਵ, ਤੁਸੀਂ ਇਸ ਸੰਸਾਰ ਵਿੱਚ ਏਕ ਇੱਕ ਰੈਣ ਰਾਤ ਦੇ ਪਹੁਣ ਪ੍ਰਾਹੁਣਚਾਰੀ ਵਿੱਚ ਆਉਣਾ ਕੀਤਾ ਹੈ। ਏਕ ਰੈਣ ਕੇ ਪਹੁਣ ਤੁਮ ਆਏ। ਮਹਾਰਾਜ ਜੀ ਕਹਿਣ ਲੱਗੇ, ਹੇ ਜੀਵ, ਤੁਸੀਂ ਇਸ ਸੰਸਾਰ ਵਿੱਚ ਏਕ ਇੱਕ ਰੈਣ ਰਾਤ ਦੇ ਪਹੁਣ ਪ੍ਰਾਹੁਣਚਾਰੀ ਵਿੱਚ ਆਉਣਾ ਕੀਤਾ ਹੈ। ਪਰ ਬਹੁ ਜੁਗ ਆਸ ਵਧਾਏ, ਪਰ ਆਪਣੀ ਉਮਰ ਦੀ ਬਹੁਤੇ ਜੁਗਾਂ ਦੀਆਂ ਆਸਾਂ ਵਧਾਈ ਬੰਨੀ ਬੈਠੇ ਹੋ। ਮਹਾਰਾਜ ਜੀ ਕਹਿਣ ਲੱਗੇ, ਬਹੁਤ ਜੁਗ ਆਸ ਵਧਾਏ, ਪਰ ਆਪਣੀ ਉਮਰ ਦੀ ਬਹੁਤੇ ਜੁਗਾਂ ਦੀਆਂ ਆਸਾਂ ਬੰਨੀ ਬੈਠੇ ਹੋ। ਭਾਵ ਕਹਿੰਦੇ ਹੋ ਕਿ ਸਤਜੁਗ, ਤ੍ਰੇਤਾ, ਦੁਆਪਰ, ਕਲਯੁਗ ਸਾਰੇ ਗੁਜ਼ਰ ਜਾਣਗੇ, ਪਰ ਅਸੀਂ ਨਾ ਮਰੀਏ। ਕਿ ਅਸੀਂ ਨਾ ਮਰੀਏ, ਭਵਾਂ ਚਾਰੇ ਯੁਗ ਬੀਤ ਜਾਣ। ਇਸ ਪ੍ਰਕਾਰ ਇਤਨੀ ਵੱਡੀ ਜਿਉਣ ਦੀ ਆਸਾ ਲਾਈ ਹੋਈ ਹੈ। ਪਰ ਮਹਾਰਾਜ ਜੀ ਕਹਿਣ ਲੱਗੇ, ਗ੍ਰਹਿ ਮੰਦਰ ਸੰਪੈ ਜੋ ਦਿਸੈ। ਮਹਾਰਾਜ ਜੀ ਕਹਿਣ ਲੱਗੇ, ਗ੍ਰਹਿ ਕੱਚੇ ਘਰ, ਮੰਦਰ ਪੱਕੇ ਮਹਿਲ, ਅਤੇ ਸੰਪੈ ਧਨ ਵਿਭੂਤੀ ਜੋ ਵਸਤੂ ਹੁੰਦੀ ਹੈ ਆਦਿਕ, ਜਿਹੜਾ ਕੁਝ ਵੀ ਦਿਸੈ ਦਿਸ ਰਿਹਾ ਹੈ, ਇਹ ਤਾਂ ਇਉਂ ਨਾਸਵੰਤ ਹੈ। ਜਿਉਂ ਤਰਬਰ ਕੀ ਛਾਏ। ਜਿਵੇਂ ਤਰਬਰ ਹੁੰਦਾ ਰੁੱਖ, ਜਿਵੇਂ ਰੁੱਖ ਦੀ ਛਾਂ ਹੁੰਦੀ ਹੈ, ਜਦੋਂ ਸੂਰਜ ਦੂਜੇ ਪਾਸੇ ਜਾਏ ਤਾਂ ਛਾਂ ਵੀ ਬਦਲ ਕੇ ਦੂਜੇ ਪਾਸੇ ਹੋ ਜਾਂਦੀ ਹੈ।
ਇਸੇ ਪ੍ਰਕਾਰ ਜਦੋਂ ਪਰਾਲਬਧ ਰੂਪੀ ਸੂਰਜ ਪੁੰਨ ਰੂਪ ਪੱਛਮ ਦੀ ਤਰਫ ਚਲਿਆ ਗਿਆ, ਉਦੋਂ ਇਹ ਸਾਰੇ ਪਦਾਰਥ ਛਾਂ ਦੇ ਬਦਲਣ ਵਾਂਗੂ ਹੋਰਨਾਂ ਕੋਲ ਚਲੇ ਜਾਂਦੇ ਹਨ। ਤਨ ਮੇਰਾ ਸੰਪੈ ਸਭ ਮੇਰੀ। ਮਹਾਰਾਜ ਜੀ ਕਹਿਣ ਲੱਗੇ, ਤੂੰ ਇਹ ਸਮਝਦਾ ਹੈ ਕਿ ਇਹ ਤਨ ਮੇਰਾ, ਇਹ ਸਰੀਰ ਮੇਰਾ ਹੈ। ਸੰਪੈ ਸਭ ਮੇਰੀ, ਕਿ ਸਾਰੀ ਸੰਪੈ ਵਿਭੂਤੀ ਵਸਤੂ ਆਦਿਕ ਵੀ ਮੇਰੀ ਹੈ। ਬਾਗ ਮਿਲਖ ਸਭ ਜਾਏ, ਬਾਗ ਬਗੀਚੇ ਤੇ ਮਿਲਖ ਜੰਗੀਰਾਂ ਆਦਿਕ ਜੋ ਸਾਰੀਆਂ ਜਗ੍ਹਾ ਆਪਣੀਆਂ ਸਮਝੀ ਬੈਠਾ ਹੈ ਕਿ ਬਗੀਚੇ ਤੇ ਜੰਗੀਰਾਂ ਆਦਿ ਸਾਰੀਆਂ ਇਹ ਜਾਏ ਚਲੀਆਂ ਜਾਣਗੀਆਂ। ਦੇਵਨਹਾਰਾ ਬਿਸਰਿਓ ਠਾਕੁਰ, ਖਿਨ ਮੈਂ ਹੋਤ ਪਰਾਏ। ਇਹ ਸਭ ਕੁਝ ਦੇਵਨਹਾਰਾ, ਦੇਣ ਵਾਲਾ ਜੋ ਠਾਕੁਰ ਸੁਆਮੀ ਪਰਮੇਸ਼ਰ ਹੈ, ਉਹ ਤੈਨੂੰ ਬਿਸਰਿਓ ਭੁੱਲਿਆ ਹੋਇਆ ਹੈ। ਪ੍ਰਾਣਾਂ ਦਾ ਵਿਛੋੜਾ ਪੈਂਦਿਆਂ ਹੀ, ਸਵਾਸਾਂ ਦਾ ਵਿਛੋੜਾ ਪੈਂਦਿਆਂ ਹੀ ਇਹ ਸਭ ਕੁਝ ਅੱਖ ਝਮਕਣ ਦੇ ਸਮੇਂ ਵਿੱਚ ਪਰਾਏ ਬਗਾਨੇ ਓਪਰੇ ਹੋ ਜਾਣਗੇ। ਮਹਾਰਾਜ ਜੀ ਕਹਿਣ ਲੱਗੇ ਕਿ ਤੂੰ ਇਹ ਸਮਝਦਾ ਹੈ ਕਿ ਇਹ ਤਨ ਸਰੀਰ ਮੇਰਾ ਹੈ, ਸਾਰੀ ਸੰਪੈ ਵਿਭੂਤੀ ਵਸਤੂ ਆਦਿਕ ਵੀ ਮੇਰੀ ਹੈ। ਬਾਗ ਬਗੀਚੇ ਜੰਗੀਰਾਂ ਜ਼ਮੀਨਾਂ ਆਦਿਕ ਸਾਰੀਆਂ ਜਗ੍ਹਾ ਹਨ, ਇਹ ਸਾਰੀਆਂ ਆਪਣੀਆਂ ਸਮਝੀ ਬੈਠਾ ਹੈ ਕਿ ਦੇਵਨਹਾਰਾ ਬਿਸਰਿਓ ਠਾਕੁਰ। ਇਹ ਸਭ ਕੁਝ ਦੇਵਨਹਾਰਾ, ਦੇਣ ਵਾਲਾ ਜੋ ਠਾਕੁਰ ਸੁਆਮੀ ਪਰਮੇਸ਼ਰ ਹੈ, ਕਿ ਉਹ ਤੈਨੂੰ ਬਿਸਰਿਓ ਭੁੱਲਿਆ ਹੋਇਆ ਹੈ। ਪ੍ਰਾਣਾਂ ਦਾ ਵਿਛੋੜਾ ਪੈਂਦਿਆਂ ਖਿਨ ਮੈਂ ਹੋਤ ਪਰਾਏ, ਇਹ ਸਭ ਕੁਝ ਖਿਨ ਅੱਖ ਝਮਕਣ ਦੇ ਸਮੇਂ ਵਿੱਚ ਪਰਾਏ ਹੋ ਜਾਣੇ ਹਨ, ਬਗਾਨੇ ਹੋ ਜਾਣੇ ਹਨ, ਓਪਰੇ ਹੋ ਜਾਣੇ ਹਨ। ਪਹਿਰੈ ਬਾਗਾ ਕਰ ਇਸ਼ਨਾਨਾ, ਚੋਆ ਚੰਦਨ ਲਾਏ। ਮਹਾਰਾਜ ਜੀ ਕਹਿਣ ਲੱਗੇ, ਤੂੰ ਪਹਿਰੈ ਬਾਗਾ ਕਰ ਇਸ਼ਨਾਨਾ, ਤੂੰ ਖੁਸ਼ਬੂਦਾਰ ਪਾਣੀਆਂ ਨਾਲ ਇਸ਼ਨਾਨਾ ਨਹਾਉਣਾ ਕਰਕੇ ਸੁੰਦਰ ਪੋਸ਼ਾਕੇ ਪਹਿਨਦਾ ਹੈ। ਪਹਿਰੈ ਬਾਗਾ ਕਰ ਇਸ਼ਨਾਨਾ, ਤੂੰ ਖੁਸ਼ਬੂਦਾਰ ਪਾਣੀਆਂ ਨਾਲ ਨਹਾਉਂਦਾ ਹੈ ਤੇ ਸੁੰਦਰ ਪੋਸ਼ਾਕੇ ਪਹਿਨਦਾ ਹੈ, ਅਤੇ ਚੋਆ ਚੰਦਨ ਲਾਏ, ਅਤੇ ਚੋਆ ਗੁਲਾਬ ਕੇਵੜੇ ਆਦਿਕ ਦਾ ਅਰਕ ਅਤੇ ਚੰਦਨ ਦੀ ਸੁਗੰਧੀ ਲਾਉਂਦਾ ਹੈ। ਮਹਾਰਾਜ ਜੀ ਕਹਿਣ ਲੱਗੇ, ਨਿਰਭਉ ਨਿਰੰਕਾਰ ਨਹੀਂ ਚੀਨਿਆ। ਨਿਰਭਉ ਭੈ ਤੋਂ ਰਹਿਤ ਨਿਰੰਕਾਰ ਪਰਮੇਸ਼ਰ ਨੂੰ ਚੀਨਿਆ ਜਾਣਿਆ ਨਹੀਂ ਹੈ। ਤੂੰ ਭੈ ਤੋਂ ਰਹਿਤ ਪਰਮੇਸ਼ਰ ਨੂੰ ਜਾਣਿਆ ਨਹੀਂ ਹੈ। ਇਸ ਤਰ੍ਹਾਂ ਜਿਉ ਹਸਤੀ ਨਾ ਭਾਏ, ਇਸ ਤਰ੍ਹਾਂ ਹੋਰ ਸ਼ਿਗਾਰ ਆਦਿ ਕਰਮ ਇਉਂ ਬੇਅਰਥ ਹਨ, ਜਿਵੇਂ ਹਸਤੀ ਹਾਥੀ ਦਾ ਨਹਾਉਣਾ ਬੇਅਰਥ ਹੈ, ਕਿਉਂਕਿ ਉਹ ਨਹਾ ਕੇ ਆਪਣੇ ਉੱਤੇ, ਆਪਣੇ ਸਿਰ ਉੱਤੇ ਸੁਆਹ ਪਾ ਲੈਂਦਾ ਹੈ। ਇਸੇ ਤਰ੍ਹਾਂ ਤੂੰ ਵੀ ਹਾਥੀ ਦੀ ਤਰ੍ਹਾਂ ਆਪਣੇ ਸਿਰ 'ਤੇ ਸੁਆਹ ਪਾ ਰਿਹਾ ਹੈ ਕਿ ਜਦੋਂ ਤੂੰ ਪਰਮੇਸ਼ਰ ਨੂੰ ਨਹੀਂ ਜਾਣਿਆ, ਪਰਮੇਸ਼ਰ ਨੂੰ ਹਿਰਦੇ ਵਿੱਚ ਨਹੀਂ ਵਸਾਇਆ, ਪਰਮੇਸ਼ਰ ਦਾ ਨਾਮ ਨਹੀਂ ਜਪਿਆ, ਤਾਂ ਤੇਰਾ ਇੱਥੇ ਆਉਣਾ ਹਾਥੀ ਦੇ ਇਸ਼ਨਾਨ ਵਾਂਗ ਹੈ। ਜੋ ਹੋਏ ਕਿਰਪਾਲ ਤਾਂ ਸਤਿਗੁਰ ਮੇਲੈ। ਜੋ ਜਦੋਂ ਵਾਹਿਗੁਰੂ ਕਿਰਪਾਲੂ ਹੋਏ ਤਾਂ ਪੂਰਬਲੇ ਪੁੰਨਾਂ ਦਾ ਪ੍ਰੇਰਿਆ ਹੋਇਆ ਸਤਿਗੁਰ ਮੇਲੈ। ਸਤਿਗੁਰੂ ਗੁਰੂ ਸਾਹਿਬ ਜੀ ਦੇ ਨਾਲ ਮੇਲ ਦਿੰਦਾ ਹੈ। ਜਦੋਂ ਵਾਹਿਗੁਰੂ ਕਿਰਪਾਲੂ ਹੋਵੇ ਤਾਂ ਪੂਰਬਲੇ ਪੁੰਨਾਂ ਦਾ ਪ੍ਰੇਰਿਆ ਹੋਇਆ ਸਤਿਗੁਰੂ ਸਾਹਿਬ ਜੀ ਦੇ ਨਾਲ ਮੇਲ ਦਿੰਦਾ ਹੈ। ਅਰ ਸਭ ਸੁਖ ਹਰਿ ਕੈ ਰਾਏ, ਸਤਿਗੁਰੂ ਸਾਹਿਬ ਜੀ ਪਰਮੇਸ਼ਰ ਦੇ ਨਾਮ ਨਾਲ ਜੋੜ ਦਿੰਦੇ ਹਨ, ਤਾਂ ਫਿਰ ਸਾਰੇ ਸੁੱਖ, ਸਾਰੇ ਆਨੰਦ
ਨਾਮ ਕਰਕੇ ਪ੍ਰਾਪਤ ਹੋ ਜਾਂਦੇ ਹਨ। ਮੁਕਤ ਭਇਆ ਬੰਧਨ ਗੁਰ ਖੋਲੇ, ਉਹ ਸੰਸਾਰ ਤੋਂ ਮੁਕਤ ਹੋਇਆ ਹੈ ਅਤੇ ਉਸ ਦੇ ਸਤਿਗੁਰੂ ਸਾਹਿਬ ਜੀ ਨੇ ਜੰਮਣ ਮਰਨ ਕਰਤਾ ਭੋਗਤਾ ਦੇ ਬੰਧਨ ਜੰਜਾਲ ਖੋਲ ਦਿੱਤੇ ਹਨ। ਕਿ ਜਿਹੜਾ ਪਰਮੇਸ਼ਰ ਦੇ ਨਾਮ ਦੇ ਨਾਲ ਗੁਰੂ ਨੇ ਜੋੜ ਦਿੱਤਾ ਹੈ, ਉਸ ਦੇ ਸਾਰੇ ਆਨੰਦ ਨਾਮ ਕਰਕੇ ਪ੍ਰਾਪਤ ਹੋ ਜਾਂਦੇ ਹਨ। ਉਹ ਸੰਸਾਰ ਤੋਂ ਮੁਕਤ ਹੋਇਆ ਹੈ ਅਤੇ ਉਸ ਦੇ ਹੀ ਸਤਿਗੁਰੂ ਸਾਹਿਬ ਜੀ ਨੇ ਜੰਮਣ ਮਰਨ ਕਰਤਾ ਭੋਗਤਾ ਦੇ ਬੰਧਨ ਜੰਜਾਲ ਖੋਲ ਦਿੱਤੇ ਹਨ। ਜਨ ਨਾਨਕ ਹਰ ਗੁਣ ਗਾਏ, ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਿਸ ਨੇ ਪਰਮੇਸ਼ਰ ਦੇ ਗੁਣਾਂ ਨੂੰ ਗਾਉਣਾ ਕੀਤਾ ਹੈ, ਸਿਫਤਾਂ ਨੂੰ ਗਾਉਣਾ ਕੀਤਾ ਹੈ, ਉਸ ਦੇ ਸਤਿਗੁਰੂ ਜੀ ਨੇ ਜੰਮਣ ਮਰਨ ਦੇ ਕਰਤਾ ਭੋਗਤਾ ਦੇ ਜੰਜਾਲ ਬੰਧਨ ਖੋਲ ਦਿੱਤੇ ਹਨ। ਗੌੜੀ ਪੂਰਬੀ ਮਹੱਲਾ ਪੰਜਵਾ। ਮੇਰੇ ਮਨ ਗੁਰ 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 ਸਦ ਕਰੀਐ, ਰਾਤਨ ਜਨਮ ਸਫਲ ਗੁਰ ਕੀਆ, ਦਰਸ਼ਨ ਕੋ ਬਲ ਹਰੀਐ ਰਹਾਉ, ਜੇਤੇ ਸਾਸ ਗਰਾਸ ਮਨ ਲੀਤਾ, ਤੇਤੇ ਹੀ ਗੁਣ ਗਾਈਐ, ਜੋ ਹੋਏ ਦਇਆਲ ਸਤਿਗੁਰ ਆਪਣਾ, ਤਾਂ ਇਹ ਮਤ ਬੁੱਧ ਪਾਈਐ। ਮੇਰੇ ਮਨ ਨਾਮ ਲਏ ਜਮ ਬੰਧ ਨਾ ਛੁਟਹਿ, ਸਰਬ ਸੁਖਾ ਸੁਖ ਪਾਈਐ। ਮੇਰੇ ਮਨ ਨਾਮ ਲਏ ਜਮ ਬੰਧ ਤੇ ਛੁਟਹਿ, ਸਰਬ ਸੁਖਾ ਸੁਖ ਪਾਈਐ। ਸੇਵ ਸੁਆਮੀ ਸਤਿਗੁਰ ਦਾਤਾ, ਮਨ ਵਾਂਛਤ ਫਲ ਪਾਈਐ। ਨਾਮ ਇਸ਼ਟ ਮੀਤ ਸੁਤ ਕਰਤਾ, ਮਨ ਸੰਗ ਤੁਹਾਰੈ ਚਾਲੈ। ਕਰ ਸੇਵਾ ਸਤਿਗੁਰ ਆਪਣੇ ਕੀ, ਗੁਰ ਤੇ ਪਾਈਐ ਪਾਲੈ। ਗੁਰ ਕਿਰਪਾਲ ਕਿਰਪਾ ਪ੍ਰਭ ਧਾਰੀ, ਬਿਰਸੇ ਸਰਬ ਅੰਦੇਸਾ। ਨਾਨਕ ਸੁਖ ਪਾਇਆ ਹਰ ਕੀਰਤਨ, ਮਿਟਿਓ ਸਗਲ ਕਲੇਸਾ। ਨਾਨਕ ਸੁਖ ਪਾਇਆ ਹਰ ਕੀਰਤਨ, ਮਿਟਿਓ ਸਗਲ ਕਲੇਸਾ। ਮਹਾਰਾਜ ਜੀ ਗੁਰੂ ਅਰਜਨ ਦੇਵ ਜੀ ਬੜੇ ਹੀ ਪਿਆਰ ਦੇ ਨਾਲ ਇਸ ਸੰਸਾਰੀ ਜੀਵਾਂ ਨੂੰ ਉਪਦੇਸ਼ ਦੇ ਰਹੇ ਹਨ ਬਾਣੀ ਦੁਆਰਾ। ਮਹਾਰਾਜ ਜੀ ਕਹਿਣ ਲੱਗੇ, ਮੇਰੇ ਮਨ ਗੇਹੇ ਮੇਰੇ ਪਿਆਰੇ ਮਨਾ, ਗੁਰ 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 ਸਦ ਕਰੀਐ। ਕਿ ਗੁਰ ਚੇਤਨ ਸਰੂਪ, ਗੁਰ ਅਗਿਆਨ ਦਾ ਨਾਸ ਕਰਕੇ ਗਿਆਨ ਦਾ ਪ੍ਰਕਾਸ਼ ਕਰਨ ਵਾਲੇ ਗੁਰ ਸਤਿਗੁਰੂ ਸਾਹਿਬ ਜੀ ਨੂੰ ਮਨ ਬਾਣੀ ਸਰੀਰ ਕਰਕੇ ਹਮੇਸ਼ਾ ਜਪਣਾ ਕਰੀਏ। ਮੇਰੇ ਮਨ ਗੁਰ 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 ਸਦ ਕਰੀਐ। 3 ਵਾਰੀ ਮਹਾਰਾਜ ਜੀ ਨੇ ਇਹ ਗੁਰ ਗੁਰ ਸ਼ਬਦ ਵਰਤਿਆ ਹੈ ਕਿ ਕਹਿਣ ਲੱਗੇ, ਹੇ ਮੇਰੇ ਪਿਆਰੇ ਮਨਾ। ਪਹਿਲੇ ਗੁਰ ਦੇ ਵਿੱਚ ਕਿਹਾ ਚੇਤਨ ਸਰੂਪ, ਅਗਿਆਨ ਦਾ ਨਾਸ ਕਰਕੇ ਗਿਆਨ ਦਾ ਪ੍ਰਕਾਸ਼ ਕਰਨ ਵਾਲੇ ਸਤਿਗੁਰੂ ਜੀ ਨੂੰ ਮਨ ਬਾਣੀ ਸਰੀਰ ਕਰਕੇ ਹਮੇਸ਼ਾ ਜਪਣਾ ਕਰੀਏ। ਗੁਰ ਚੇਤਨ ਸਰੂਪ, ਗੁਰ ਅਗਿਆਨ ਦਾ ਨਾਸ ਕਰਨ ਵਾਲਾ, ਕਿ ਗੁਰ ਸਤਿਗੁਰੂ ਸਾਹਿਬ ਜੀ ਨੂੰ ਮਨ ਬਾਣੀ ਸਰੀਰ ਕਰਕੇ ਹਮੇਸ਼ਾ ਜਪਣਾ ਕਰੀਏ। ਰਾਤਨ ਜਨਮ ਸਫਲ ਗੁਰ ਕੀਆ। ਇਹ ਰਾਤਨ ਮਾਣਕਾਂ ਦੀ ਨਿਆਈ ਅਮੋਲਕ ਮਨੁੱਖਾ ਜਨਮ, ਜੋ ਕੌਡੀਆਂ ਦੇ ਭਾਅ ਬੇਅਰਥ ਜਾਂਦਾ ਸੀ, ਇਸ ਨੂੰ ਸਤਿਗੁਰੂ ਸਾਹਿਬ ਜੀ ਨੇ ਸਫਲਾ ਕਰ ਦਿੱਤਾ ਹੈ। ਰਾਤਨ ਜਨਮ ਸਫਲ ਗੁਰ ਕੀਆ। ਇਹ ਰਾਤਨ ਮਾਣਕਾਂ ਦੀ ਨਿਆਈ ਅਮੋਲਕ ਮਨੁੱਖਾ ਜਨਮ, ਜੋ ਕੌਡੀਆਂ ਦੇ ਭਾਅ ਬੇਅਰਥ ਜਾਂਦਾ ਸੀ, ਇਸ ਨੂੰ ਸਫਲ ਗੁਰ ਕੀਆ
ਇਸ ਨੂੰ ਗੁਰ ਸਤਿਗੁਰੂ ਸਾਹਿਬ ਜੀ ਨੇ ਸਫਲਾ ਕਰ ਦਿੱਤਾ ਹੈ। ਇਸ ਤਰ੍ਹਾਂ ਸਤਿਗੁਰੂ ਜੀ ਦੇ ਦਰਸ਼ਨ ਕੋ ਬਲਹਰੀਐ, ਇਸ ਤਰ੍ਹਾਂ ਸਤਿਗੁਰੂ ਜੀ ਦੇ ਦਰਸ਼ਨ ਦੀਦਾਰਿਆਂ ਤਾਈਂ ਬਲਹਾਰ ਕੁਰਬਾਨ ਜਾਈਏ। ਜੇਤੇ ਸਾਸ ਗਰਾਸ ਮਨ ਲੇਤਾ, ਹੈ ਪਿਆਰੇ ਮਨਾ, ਜੇਤੇ ਜਿੰਨੇ ਵੀ ਸਾਸ ਸਾਹ ਬਾਹਰ ਨੂੰ ਕੱਢਦਾ ਹੈ ਅਤੇ ਅੰਦਰ ਨੂੰ ਗਰਾਸ ਗਰਸਦਾ ਹੈ, ਅੰਦਰ ਲਿਜਾਂਦਾ ਹੈ, ਸਵਾਸ ਪਰ ਸਵਾਸ ਲੈਂਦਾ ਹੈ, ਉਤਨੇ ਹੀ ਵਾਹਿਗੁਰੂ ਦੇ ਗੁਣ ਗਾਉਣਾ ਕਰੀਏ। ਸਵਾਸ ਸਵਾਸ ਉਸ ਪਰਮੇਸ਼ਰ ਦੇ ਗੁਣ ਗਾਉਣਾ ਕਰੀਏ। ਜੇਤੇ ਸਾਸ ਗਰਾਸ ਮਨ ਲੇਤਾ, ਕਿ ਹੇ ਮੇਰੇ ਪਿਆਰੇ ਮਨਾ, ਜੇਤੇ ਜਿਤਨੇ ਵੀ ਸਾਸ ਸਾਹ ਬਾਹਰ ਨੂੰ ਕੱਢਦਾ ਹੈ ਅਤੇ ਅੰਦਰ ਨੂੰ ਗਰਸਦਾ ਹੈ, ਅੰਦਰ ਨੂੰ ਸਵਾਸ ਲਿਜਾਂਦਾ ਹੈ, ਸਵਾਸ ਪਰ ਸਵਾਸ ਲੈਂਦਾ ਹੈ, ਮੁੜ ਮੁੜ ਕੇ ਸਵਾਸ ਲੈਂਦਾ ਹੈ, ਉਤਨੇ ਹੀ ਵਾਹਿਗੁਰੂ ਦੇ ਗੁਣ, ਉਤਨੇ ਹੀ ਵਾਹਿਗੁਰੂ ਦੀਆਂ ਸਿਫਤਾਂ ਨੂੰ ਗਾਉਣਾ ਕਰੀਏ। ਵਾਹਿਗੁਰੂ ਵਾਹਿਗੁਰੂ ਹਰ ਸਵਾਸ ਸਵਾਸ ਜਾਪਣਾ ਕਰੀਏ। ਜੋ ਹੋਏ ਦਇਆਲ ਸਤਿਗੁਰ ਆਪਣਾ, ਜਦ ਆਪਣੇ ਸਤਿਗੁਰੂ ਗੁਰੂ ਸਾਹਿਬ ਜੀ ਦਿਆਲੂ ਹੋ ਜਾਣ ਤਾਂ ਇਹ ਮਤ ਬੁੱਧ ਪਾਈ ਹੈ, ਤਾਂ ਇਹ ਮਤ ਮਤੀ ਦੇ ਅੰਦਰ, ਬੁੱਧੀ ਦੇ ਅੰਦਰ ਇਹ ਮਹਾਰਾਜ ਜੀ ਕਹਿਣ ਲੱਗੇ, ਜੋ ਹੋਏ ਦਇਆਲ ਸਤਿਗੁਰ ਆਪਣਾ, ਜਦ ਆਪਣਾ ਆਪਣੇ ਸਤਿਗੁਰੂ ਸਾਹਿਬ ਜੀ ਦਿਆਲੂ ਹੋ ਜਾਣ ਤਾਂ ਇਹ ਮਤ, ਇਹ ਮਤੀ ਦੇ ਅੰਦਰ ਬੋਧ ਪਾਈਂਦਾ ਹੈ, ਕਿ ਬੁੱਧੀ ਦੇ ਅੰਦਰ ਬੋਧ ਪਾਈਂਦਾ ਹੈ। ਇਹ ਬੁੱਧੀ ਦੇ ਅੰਦਰ ਵਾਹਿਗੁਰੂ ਦੇ ਗੁਣਾਂ ਨੂੰ ਗਾਉਣ ਵਾਲੀ ਮਤ, ਗਾਉਣ ਵਾਲੀ ਸਿੱਖਿਆ ਪ੍ਰਾਪਤ ਕਰੀਦੀ ਹੈ। ਮੇਰੇ ਮਨ ਨਾਮ ਲਏ ਜਮ ਬੰਧ ਤੇ ਛੁਟੇ। ਮਹਾਰਾਜ ਜੀ ਕਹਿਣ ਲੱਗੇ, ਹੇ ਮੇਰੇ ਪਿਆਰੇ ਮਨਾ, ਪਰਮੇਸ਼ਰ ਦਾ ਨਾਮ ਲੈਣ ਨਾਲ, ਉਚਾਰਨ ਕਰਨ ਨਾਲ ਜਮਦੂਤਾਂ ਦੇ ਬੰਧ, ਜਮਾ ਦੇ ਬੰਧਨ ਤੋਂ ਛੁੱਟ ਜਾਏਗਾ। ਮੇਰੇ ਮਨ ਨਾਮ ਲਏ ਜਮ ਬੰਧ ਤੇ ਛੁਟੇ, ਸਰਬ ਸੁੱਖਾਂ ਸੁਖ ਪਾਈਐ। ਮਹਾਰਾਜ ਜੀ ਗੁਰੂ ਅਰਜਨ ਦੇਵ ਜੀ ਕਹਿਣ ਲੱਗੇ, ਹੇ ਮੇਰੇ ਪਿਆਰੇ ਮਨਾ, ਪਰਮੇਸ਼ਰ ਦਾ ਨਾਮ ਲੈਣ ਨਾਲ, ਉਚਾਰਨ ਕਰਨ ਨਾਲ ਜਮਦੂਤਾਂ ਜਮਾਂ ਦੇ ਬੰਧਨਾਂ ਤੋਂ ਛੁੱਟ ਜਾਏਗਾ ਅਤੇ ਸਰਬ ਸੁੱਖਾਂ ਸੁਖ ਪਾਈਐ, ਅਤੇ ਸਰਬ ਸਾਰੇ ਸੁੱਖਾਂ ਵਿੱਚੋਂ ਆਤਮਕ ਸੁਖ ਦੇ ਤਾਈਂ ਪਾ ਲਏਗਾ। ਸੇਵ ਸੁਆਮੀ ਸਤਿਗੁਰ ਦਾਤਾ, ਸਭਨਾਂ ਦੇ ਸੁਆਮੀ ਮਾਲਕ ਅਤੇ ਦਾਤਾ, ਦਾਤਾਂ ਦੇਣ ਵਾਲੇ ਦਾਨੀ ਗੁਰੂ ਸਾਹਿਬ ਜੀ ਨੂੰ ਸੇਵਨਾ ਕਰ, ਪੂਜਨਾ ਕਰ, ਮਨ ਵਾਂਛਿਤ ਫਲ ਪਾਈਐ। ਕਿ ਸੇਵਾ ਕਰਨ ਦੇ ਨਾਲ, ਟਹਿਲ ਕਰਨ ਦੇ ਨਾਲ ਜੋ ਜੋ ਵੀ ਹਿਰਦੇ ਵਿੱਚ ਇੱਛਾ ਕਰੇਗਾ, ਉਹ ਸਭ ਫਲ ਤੈਨੂੰ ਆ ਕੇ ਪ੍ਰਾਪਤ ਹੋ ਜਾਣਗੇ। ਸੇਵ ਸੁਆਮੀ ਸਤਿਗੁਰ ਦਾਤਾ, ਕਿ ਸਭਨਾਂ ਦੇ ਸੁਆਮੀ ਮਾਲਕ ਪਰਮੇਸ਼ਰ, ਜੋ ਦਾਤਾਂ ਦੇਣ ਵਾਲੇ ਦਾਨੀ ਗੁਰੂ ਸਾਹਿਬ ਜੀ ਨੂੰ ਸੇਵਨਾ ਕਰ, ਪੂਜਨਾ ਕਰ, ਕਿ ਸੇਵਾ ਕਰ, ਤਾਂ ਜੋ ਜੋ ਵੀ ਮਨ ਦੇ ਵਿੱਚ, ਹਿਰਦੇ ਵਿੱਚ ਇੱਛਾ ਰੱਖੇਗਾ, ਇੱਛਾ ਕਰੇਗਾ, ਉਹ ਸਭ ਫਲ ਤੈਨੂੰ ਆ ਕੇ ਪ੍ਰਾਪਤ ਹੋ ਜਾਣਗੇ। ਨਾਮ ਇਸ਼ਟ ਮੀਤ ਸੁਤ ਕਰਤਾ, ਮਨ ਸੰਗ ਤੁਹਾਰੈ ਚਾਲੈ। ਨਾਮ ਇਸ਼ਟ ਮੀਤ ਸੁਤ ਕਰਤਾ, ਮਨ ਸੰਗ ਤੁਹਾਰੈ ਚਾਲੈ। ਮਹਾਰਾਜ ਜੀ ਕਹਿਣ ਲੱਗੇ, ਹੇ ਮੇਰੇ ਪਿਆਰੇ ਮਨਾ, ਕਰਤੇ ਪੁਰਖ ਦਾ ਨਾਮ ਹੀ ਤੇਰੇ ਨਾਲ ਇਸ਼ਟ ਹੁੰਦਾ, ਦੇਵਤਾ ਰੂਪ ਹੋ ਕੇ, ਮੀਤ ਹੁੰਦਾ ਮਿੱਤਰ ਰੂਪ ਹੋ ਕੇ, ਸੁੱਤ ਹੁੰਦਾ ਪੁੱਤਰ ਰੂਪ ਹੋ ਕੇ ਚੱਲੇਗਾ। ਪਰਮੇਸ਼ਰ ਦੇ ਨਾਮ ਨੂੰ ਹੀ ਆਪਣਾ ਇਸ਼ਟ, ਪੂਜਨੀਕ ਦੇਵਤਾ ਸਮਝੋ। ਮੀਤ ਮਿੱਤਰ, ਸੁੱਤ ਪੁੱਤਰਾਂ ਦੇ ਥਾਂ ਵੀ ਨਾਮ ਹੀ ਹੈ।
ਨਾਮ ਹੀ ਸਭ ਕੁਝ ਕਰਤਾ ਕਰਨ ਵਾਲਾ ਹੈ। ਕਿ ਮਨ ਸੰਗ ਤੁਹਾਰੈ ਚਾਲੈ, ਕਿ ਪਰਮੇਸ਼ਰ ਦਾ ਨਾਮ ਹੀ ਸਰਾਵਣ ਮੰਨਣ ਨਿਧਾਸਨ ਰੂਪੀ ਮਿੱਤਰ ਦੇਣ ਵਾਲਾ ਹੈ। ਕਿ ਗਿਆਨ ਰੂਪੀ ਪੁੱਤਰ ਦੇਣ ਵਾਲਾ ਹੈ। ਇਸ਼ਟ ਅਕਾਲ ਨੂੰ ਮੇਟਣ ਵਾਲਾ ਹੈ। ਸਾਰੇ ਸੰਸਾਰ ਨੂੰ ਪਾਲਣਾ ਲੈਤਾ ਕਰਨ ਵਾਲਾ ਹੈ। ਨਾਮ ਹੀ ਪਰਮੇਸ਼ਰ ਦਾ ਨਾਮ ਹੀ ਮਨ ਸੰਗ ਤੁਹਾਰਾ ਚਾਲੈ, ਕਿ ਪਰਮੇਸ਼ਰ ਦਾ ਨਾਮ ਹੀ ਤੇਰੇ ਸੰਗ ਤੇਰੇ ਨਾਲ ਪਰਲੋਕ ਦੇ ਵਿੱਚ ਚੱਲੇਗਾ। ਕਰ ਸੇਵਾ ਸਤਿਗੁਰ ਆਪਣੇ ਕੀ, ਗੁਰ ਤੇ ਪਾਈਐ ਪਾਲੈ। ਮਹਾਰਾਜ ਜੀ ਕਹਿਣ ਲੱਗੇ, ਹੇ ਮਨਾ, ਆਪਣੇ ਸਤਿਗੁਰੂ ਗੁਰੂ ਸਾਹਿਬ ਜੀ ਦੀ ਸੇਵਾ ਕਰ, ਕਿਉਂਕਿ ਸਤਿਗੁਰੂ ਸਾਹਿਬ ਜੀ ਤੋਂ ਹੀ ਨਾਮ ਦਾ ਉਪਦੇਸ਼ ਹਿਰਦੇ ਰੂਪੀ ਪੱਲੇ ਵਿੱਚ ਪਾਉਣਾ ਕਰੀਦਾ ਹੈ। ਕਰ ਸੇਵਾ ਸਤਿਗੁਰ ਆਪਣੇ ਕੀ, ਗੁਰ ਤੇ ਪਾਈਐ ਪਾਲੈ। ਕਿ ਹੇ ਮਨਾ, ਆਪਣੇ ਗੁਰੂ ਸਾਹਿਬ ਜੀ ਦੀ ਸੇਵਾ ਕਰ, ਟਹਿਲ ਕਰ, ਕਿਉਂਕਿ ਸਤਿਗੁਰੂ ਸਾਹਿਬ ਜੀ ਤੋਂ ਹੀ ਨਾਮ ਦਾ ਉਪਦੇਸ਼ ਹਿਰਦੇ ਰੂਪੀ ਪੱਲੇ ਵਿੱਚ ਪਾਉਣਾ ਕਰੀਦਾ ਹੈ। ਗੁਰ ਕਿਰਪਾਲ ਕਿਰਪਾ ਪ੍ਰਭ ਧਾਰੀ, ਬਿਨਸੇ ਸਰਬ ਅੰਦੇਸਾ। ਜਿਨ੍ਹਾਂ ਨੇ ਸਤਿਗੁਰੂ ਜੀ ਦੀ, ਜਿਨ੍ਹਾਂ ਤੇ ਸਤਿਗੁਰੂ ਜੀ ਦੀ ਕਿਰਪਾ ਹੋਈ ਹੈ ਤੇ ਸਤਿਗੁਰੂ ਜੀ ਕਿਰਪਾਲੂ ਹੋਏ ਹਨ ਅਤੇ ਪਰਮੇਸ਼ਰ ਨੇ ਦਇਆ ਦ੍ਰਿਸ਼ਟੀ ਧਾਰਨਾ ਕੀਤੀ ਹੈ। ਬਿਨਸੇ ਸਰਬ ਅੰਦੇਸਾ, ਉਹਨਾਂ ਦੇ ਸਰਬ ਸਾਰੇ ਅੰਦੇਸਾ ਸੰਸੇ ਬਿਨਸੇ ਹਨ, ਵਿਸ਼ੇਸ਼ ਕਰਕੇ ਨਾਸ ਹੋ ਗਏ ਹਨ। ਨਾਨਕ ਸੁਖ ਪਾਇਆ ਹਰ ਕੀਰਤਨ, ਮਿਟਿਓ ਸਗਲ ਕਲੇਸਾ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਅਕਾਲ ਪੁਰਖ ਦਾ ਕੀਰਤਨ ਜਸ ਗਾ ਕਰਕੇ ਸੁਖ ਪਾਉਣਾ ਕੀਤਾ ਹੈ ਅਤੇ ਅਵਿਦਿਆ ਅਸਮਤਾ ਆਦਿਕ ਸਾਰੇ ਕਲੇਸ਼ ਮਿਟ ਗਏ ਹਨ। ਨਾਨਕ ਸੁਖ ਪਾਇਆ ਹਰ ਕੀਰਤਨ, ਮਿਟਿਓ ਸਗਲ ਕਲੇਸਾ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ ਕਿ ਅਕਾਲ ਪੁਰਖ ਦਾ ਕੀਰਤਨ ਪਾਉਣਾ ਕੀਤਾ ਹੈ, ਜਸ ਕਰਨਾ ਕੀਤਾ ਹੈ। ਅਵਿਦਿਆ ਅਸਮਤਾ ਆਦਿਕ ਸਾਰੇ ਕਲੇਸ਼ ਮਿਟ ਗਏ ਹਨ। ਅੱਗੇ ਗੌੜੀ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਸਮਝਾ ਰਹੇ ਹਨ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਸ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਿੱਖਾਂ ਨੇ ਬੇਨਤੀ ਕੀਤੀ ਕਿ ਹੇ ਗਰੀਬ ਨਵਾਜ ਸਤਿਗੁਰੂ ਜੀ, ਤ੍ਰਿਸ਼ਨਾ ਕੀ ਹੈ? ਤਦ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਤ੍ਰਿਸ਼ਨਾ ਦੇ ਸਰੂਪ ਨੂੰ ਕਥਨ ਕਰਦੇ ਹੋਏ, ਤ੍ਰਿਸ਼ਾਲੂ ਪੁਰਸ਼ਾਂ ਦੀ ਹਾਲਤ ਦੱਸਦੇ ਹੋਏ ਰਾਗ ਗੌੜੀ ਵਿੱਚ ਪਾਵਨ ਪਵਿੱਤਰ ਸਰਬ ਸਾਂਝਾ ਉਪਦੇਸ਼ ਬਖਸ਼ਿਸ਼ ਕਰਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਓੰਕਾਰ ਅਕਾਲ ਪੁਰਖ ਇੱਕ ਹੈ। ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤੀ ਹੁੰਦੀ ਹੈ। ਮਹਾਰਾਜ ਜੀ ਕਹਿਣ ਲੱਗੇ, ਤ੍ਰਿਸ਼ਨਾ ਬਿਰਲੇ ਹੀ ਕੀ ਬੂਝੀ ਹੈ, ਕਿ ਹੇ ਭਾਈ, ਕਿਸੇ ਬਿਰਲੇ ਟਾਵੇਂ ਟਾਵੇਂ ਦੀ ਹੀ ਸੰਤੋਖ ਰੂਪੀ ਜਲ ਪਾਉਣ ਕਰਕੇ, ਅੰਮ੍ਰਿਤ ਨਾਮ ਰੂਪੀ ਸਰੋਵਰ ਵਿੱਚ ਵੜਨ ਕਰਕੇ ਤ੍ਰਿਸ਼ਨਾ ਰੂਪੀ ਅੱਗ ਬੁਝੀ ਹੈ, ਸ਼ਾਂਤ ਹੋਈ ਹੈ। ਤ੍ਰਿਸ਼ਨਾ ਬਿਰਲੇ ਕੀ ਹੀ ਬੁਝੀ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਹੇ ਭਾਈ, ਕਿਸੇ ਬਿਰਲੇ ਟਾਵੇਂ ਟਾਵੇਂ ਦੀ ਹੀ ਸੰਤੋਖ ਰੂਪੀ ਜਲ ਪਾਉਣ ਕਰਕੇ, ਅੰਮ੍ਰਿਤ ਨਾਮ ਰੂਪੀ ਸਰੋਵਰ ਵਿੱਚ ਵੜਨ ਕਰਕੇ ਤ੍ਰਿਸ਼ਨਾ ਰੂਪੀ ਅੱਗ ਸ਼ਾਂਤ ਹੋਈ ਹੈ, ਬੁਝ ਗਈ ਹੈ। ਰਹਾਉ। ਵਿਸ਼ਰਾਮ ਦੇ ਕੇ ਮਹਾਰਾਜ ਜੀ ਕਹਿਣ ਲੱਗੇ, ਕੋਟ ਜੋਰੇ ਲੱਖ ਕਰੋੜੇ ਮਨ ਨਾ ਹੋਰੇ, ਪਰੈ ਪਰੈ ਹੀ ਕੋ ਲੂਝੀ ਹੈ। ਕਿ ਭਾਵੇਂ ਕੋਈ ਕੋਟ ਕਰੋੜਾਂ ਹੀ ਮਾਇਆ ਜੋੜ ਲਵੇ, ਕਰੋੜਾਂ ਹੀ ਜੋਰੇ ਪਛਾਕੇ ਹੋਣ, ਲੱਖ ਲੱਖਾਂ ਹੀ ਫੌਜਾਂ ਹੋਣ, ਕਰੋੜਾਂ ਹੀ ਮਾਇਆ ਦੇ ਖਜ਼ਾਨੇ ਹੋਣ, ਪਰ ਫੇਰ ਵੀ ਮਨ ਨਾ ਹੋਰੇ, ਫੇਰ ਵੀ ਮਨ ਵਿੱਚ
ਚਿੱਤ ਹਟਦਾ ਰੁਕਦਾ ਨਹੀਂ ਹੈ ਕਿ ਭਾਵੇਂ ਕਰੋੜਾਂ ਹੀ ਮਾਇਆ ਜੋੜ ਲਵੇ, ਕਰੋੜਾਂ ਹੀ ਪਛਾਕੇ ਹੋਣ, ਲੱਖਾਂ ਹੀ ਫੌਜਾਂ ਹੋਣ, ਕਰੋੜਾਂ ਹੀ ਮਾਇਆ ਦੇ ਖਜ਼ਾਨੇ ਹੋਣ, ਪਰ ਫੇਰ ਵੀ ਮਨ ਚਿੱਤ ਹਟਦਾ ਨਹੀਂ ਰੁਕਦਾ ਨਹੀਂ। ਸਗੋਂ ਪਰੈ ਪਰੈ ਹੀ ਕੋ ਲੂਝੀ ਹੈ, ਸਗੋਂ ਪਰੈ ਪਰੈ ਕਿ ਪਰਾਏ ਪਦਾਰਥਾਂ ਦੀ ਪ੍ਰਾਪਤੀ ਕਰਨ ਲਈ ਝਗੜਦਾ ਰਹਿੰਦਾ ਹੈ। ਭਾਵ ਰਾਜ ਨਾਲੋਂ ਅੱਗੇ ਚੱਕਰਵਰਤੀ ਰਾਜ ਨੂੰ, ਅੱਗੇ ਸਵਰਗ ਦੇ ਰਾਜ ਵਿੱਚ ਤੇ ਅੱਗੇ ਬ੍ਰਹਮ ਦੀ ਪਦਵੀ ਨੂੰ, ਇਸ ਪ੍ਰਕਾਰ ਪਦਾਰਥਾਂ ਨੂੰ ਚਾਹੁੰਦਾ ਹੀ ਰਹਿੰਦਾ ਹੈ। ਸੁੰਦਰ ਨਾਰੀ ਅਨਕ ਪ੍ਰਕਾਰੀ ਪਾਰ ਗ੍ਰਹਿ ਵਿਕਾਰੀ, ਸੁੰਦਰ ਨਾਰੀ ਅਨਕ ਪ੍ਰਕਾਰੀ ਪਾਰ ਗ੍ਰਹਿ ਵਿਕਾਰੀ। ਭਾਵੇਂ ਆਪਣੇ ਘਰ ਵਿੱਚ ਅਨੇਕਾਂ ਪ੍ਰਕਾਰੀ, ਅਨੇਕਾਂ ਤਰ੍ਹਾਂ ਦੀਆਂ ਸੁੰਦਰ ਸੋਹਣੀਆਂ ਨਾਰੀਆਂ ਇਸਤਰੀਆਂ ਹੋਣ, ਪਰੰਤੂ ਫੇਰ ਵੀ ਤ੍ਰਿਸ਼ਨਾਲੂ ਪੁਰਸ਼ ਪਾਰ ਗ੍ਰਹਿ ਵਿਕਾਰੀ, ਪਾਰ ਪਰਾਇਆ ਗ੍ਰਹਿ ਘਰਾਂ ਵਿੱਚ ਵਿਕਾਰੀ ਕਿ ਵਿਕਾਰਵਾਨ ਹੋ ਕੇ ਵਿਸ਼ੇ ਭੋਗਣ ਦੀ ਇੱਛਾ ਹੀ ਕਰਦਾ ਰਹਿੰਦਾ ਹੈ। ਬੁਰਾ ਭਲਾ ਨਹੀਂ ਸੂਝੀ ਹੈ, ਇਸ ਵਿਕਾਰੀ ਜੀਵ ਨੂੰ ਕੋਈ ਬੁਰਾ, ਕੋਈ ਭਲਾ ਚੰਗਾ ਮਾੜਾ ਸੋਚਦਾ ਹੀ ਨਹੀਂ ਕਿ ਬੁਰੇ ਕਰਮ ਕਰਨ ਵਾਸਤੇ ਇਸ ਜੀਵ ਨੂੰ ਕੋਈ ਬੁਰਾ ਭਲਾ ਚੰਗਾ ਨਹੀਂ ਸੁਝਦਾ। ਭਾਵ ਬੁਰਾ ਜੋ ਪਰਾਇਆ ਘਰਾਂ ਵਿੱਚ ਜਾ ਕੇ ਵਿਕਾਰ ਵਾਲੀ ਦ੍ਰਿਸ਼ਟੀ ਨਾਲ ਤੱਕਣਾ ਹੈ, ਅਤੇ ਭਲਾ ਜੋ ਆਪਣੇ ਗ੍ਰਸਥ ਵਿੱਚ ਸੰਜਮ ਵਿੱਚ ਰਹਿਣਾ ਚਾਹੀਏ, ਇਹ ਸੁਝਦਾ ਨਹੀਂ, ਇਹ ਸੋਚਦਾ ਨਹੀਂ ਹੈ। ਕਿ ਮਹਾਰਾਜ ਜੀ ਬੜੇ ਹੀ ਵਿਸਥਾਰ ਦੇ ਨਾਲ ਸਮਝਾ ਰਹੇ ਹਨ। ਸ੍ਰੀ 10ਵੇਂ ਗ੍ਰੰਥ ਦੀ ਬਾਣੀ ਵਿੱਚ ਪਰਾਈ ਇਸਤਰੀ ਤੋਂ ਬਚਣ ਲਈ ਉਪਦੇਸ਼ ਬਖਸ਼ਿਆ ਹੈ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਫਰਮਾਉਂਦੇ ਹਨ ਕਿ ਸਾਡੇ ਪਿਤਾ ਗੁਰੂ ਨੇ ਇਹ ਪ੍ਰਾਣ ਕਰਾਇਆ ਸੀ ਕਿ ਸੁਧ ਜਬ ਤੇ ਹਮ ਧਰੀ ਬਾਚਨ ਗੁਰ ਦਏ ਹਮਾਰੇ, ਪੁੱਤ ਇਹ ਹੈ ਪੂਤ ਇਹ ਹੈ ਪਰਨ ਤੋਹੇ, ਪ੍ਰਾਨ ਜਬ ਲਗ ਘਟ ਥਾਰੇ, ਨਿਜ ਨਾਰੀ ਕੇ ਸਾਥ ਨੇਹੋ ਤੁਮ ਨਿਤ ਬੜੇ ਹੋ, ਪਰ ਨਾਰੀ ਕੀ ਸੇਜ ਭੂਲ ਸੁਪਨੇ ਹੂੰ ਨਾ ਜੈ ਹੋ। ਕਿ ਇਸ ਗੱਲ ਨੂੰ ਸੁਝਦਾ ਹੀ ਨਹੀਂ, ਦੇਖਦਾ ਤੱਕ ਵੀ ਨਹੀਂ, ਕਿ ਇਸ ਗੱਲ ਨੂੰ ਸੁਝਦਾ ਵੀ ਨਹੀਂ, ਦੇਖਦਾ ਤੱਕ ਹੀ ਨਹੀਂ। ਅਨਕ ਬੰਧਨ ਮਾਇਆ ਭਰਮਤ ਪਰਮਾਇਆ, ਗੁਣ ਨਿਧ ਨਹੀਂ ਗਾਇਆ। ਜੀਵ ਦੇ ਅੰਦਰ ਮਾਇਆ ਦੇ ਅਨੇਕਾਂ ਹੀ ਬੰਧਨ ਜੰਜਾਲ ਪਏ ਹੋਏ ਹਨ। ਅਨਕ ਬੰਧਨ ਮਾਇਆ ਕਿ ਜੀਵ ਦੇ ਅੰਦਰ ਮਾਇਆ ਦੇ ਅਨੇਕਾਂ ਹੀ ਬੰਧਨ ਜੰਜਾਲ ਪਏ ਹੋਏ ਹਨ। ਭਰਮਤ ਪਰਮਾਇਆ, ਇਹਨਾਂ ਦਾ ਭਰਮਾਇਆ ਭਟਕਦਾ ਫਿਰਦਾ ਹੈ, ਅਤੇ ਗੁਣ ਨਿਧ ਨਹੀਂ ਗਾਇਆ। ਗੁਣ ਨਿਧ ਗੁਣਾਂ ਦਾ ਸਮੁੰਦਰ ਪਰਮੇਸ਼ਰ ਹੈ, ਜੋ ਉਸ ਨੂੰ ਗੁਰਾਂ ਦੇ ਨਾਲ ਮਿਲ ਕਰਕੇ ਕਦੇ ਗਾਉਣਾ ਨਹੀਂ ਕੀਤਾ। ਅਨਕ ਬੰਧਨ ਮਾਇਆ ਭਰਮਤ ਪਰਮਾਇਆ, ਗੁਣ ਨਿਧ ਨਹੀਂ ਗਾਇਆ। ਜੀਵ ਦੇ ਅੰਦਰ ਮਾਇਆ ਦੇ ਅਨੇਕਾਂ ਹੀ ਜੰਜਾਲ ਪਏ ਹੋਏ ਹਨ, ਜਿਨ੍ਹਾਂ ਦਾ ਭਰਮਾਇਆ ਭਟਕਦਾ ਹੋਇਆ ਭਰਮਦਾ ਫਿਰਦਾ ਹੈ, ਅਤੇ ਗੁਣ ਨਿਧ ਨਹੀਂ ਗਾਇਆ। ਗੁਣ ਨਿਧ ਗੁਣਾਂ ਦਾ ਸਮੁੰਦਰ ਪਰਮੇਸ਼ਰ ਹੈ, ਜੋ ਉਸ ਨੂੰ ਗੁਰਾਂ ਦੇ ਨਾਲ ਮਿਲ ਕਰਕੇ ਕਦੇ ਗਾਉਣਾ ਨਹੀਂ ਕੀਤਾ। ਮਨ ਵਿਖੈ ਹੀ ਮੈਂ ਲੁੱਝੀ ਹੈ, ਇਸ ਜੀਵ ਦਾ ਮਨ ਚਿੱਤ ਵਿਸ਼ਿਆਂ ਦੇ ਵਿੱਚ ਹੀ ਲੁੱਝੀ ਝਗੜਦਾ ਰਹਿੰਦਾ ਹੈ, ਵਿਸ਼ਿਆਂ ਨੂੰ ਹੀ ਚਾਹੁੰਦਾ ਰਹਿੰਦਾ ਹੈ। ਕਿ ਜਾਂ ਕੋ ਰੇ ਕਿਰਪਾ ਕਰੈ ਜੀਵਤ ਸੋਈ ਮਰੈ, ਸਾਧ ਸੰਗ ਮਾਇਆ ਤਰੈ। ਜਾਂ ਕੋ ਰੇ ਕਿਰਪਾ ਕਰੈ, ਮਹਾਰਾਜ ਜੀ ਕਹਿਣ ਲੱਗੇ, ਹੈ ਭਾਈ, ਜਿਸ ਦੇ ਉੱਪਰ ਗੁਰੂ ਸਾਹਿਬ ਜੀ ਆਪ ਕਿਰਪਾ
ਦਇਆ ਦ੍ਰਿਸ਼ਟੀ ਕਰ ਦਿੰਦੇ ਹਨ। ਜੀਵਤ ਸੋਈ ਮਰੈ, ਉਹ ਹੀ ਜੀਵਤ ਜੀਵ ਭਾਵ ਤੋਂ ਮਰ ਜਾਂਦਾ ਹੈ। ਅਤੇ ਸਾਧ ਸੰਗ ਮਾਇਆ ਤੋਰੈ, ਅਤੇ ਸਾਧ ਸੰਗ ਸਤ ਸੰਗਤ ਕਰਕੇ ਮਾਇਆ ਤੋਂ ਤਰ ਜਾਂਦਾ ਹੈ। ਜਿਸ ਤੇ ਕਿਰਪਾ ਦ੍ਰਿਸ਼ਟੀ ਹੁੰਦੀ ਹੈ ਉਸ ਨੂੰ ਸਾਧ ਸੰਗਤ ਪ੍ਰਾਪਤ ਹੁੰਦੀ ਹੈ। ਸਾਧ ਸੰਗਤ ਕਰਕੇ ਜੋ ਜੀਵਤ ਭਾਅ ਤੋਂ ਮਰ ਜਾਂਦਾ ਹੈ ਉਹ ਹੀ ਮਾਇਆ ਰੂਪੀ ਨਦੀ ਨੂੰ ਤਰ ਜਾਂਦਾ ਹੈ। ਨਾਨਕ ਸੋ ਜਨ ਦਰ ਹਰ ਸਿਜੀਹੇ, ਨਾਨਕ ਸੋ ਜਨ ਦਰ ਹਰ ਸਿਜੀਹੇ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹ ਜਨ ਉਹ ਪੁਰਖ ਵਾਹਿਗੁਰੂ ਦੇ ਦਰਗਾਹ ਸੱਚਖੰਡ ਵਿੱਚ ਸਿੱਜੀ ਹੁੰਦਾ, ਮੁਕਤੀ ਰੂਪ ਪ੍ਰਯੋਜਨ ਨੂੰ ਸਿੱਧਾ ਕਰਦਾ ਹੈ। ਨਾਨਕ ਸੋਜਨ ਦਰ ਹਰ ਸਿੱਜੀਹੇ। ਸਤਿਗੁਰੂ ਜੀ ਕਥਨ ਕਰਦੇ ਹਨ ਉਹ ਜਨ ਉਹ ਸੇਵਕ ਉਹ ਨਾਮ ਜਪਣ ਵਾਲਾ ਪੁਰਖ ਵਾਹਿਗੁਰੂ ਦੇ ਦਰਗਾਹ ਵਿੱਚ ਸੱਚਖੰਡ ਵਿੱਚ ਮੁਕਤੀ ਰੂਪੀ ਪ੍ਰਯੋਜਨ ਨੂੰ ਸਿੱਧਾ ਕਰਦਾ ਹੈ। ਮਹਾਰਾਜ ਜੀ ਨੇ ਬਾਣੀ ਦੁਆਰਾ ਬੜੇ ਹੀ ਵਿਸਥਾਰ ਦੇ ਨਾਲ ਸੰਗਤਾਂ ਨੂੰ ਉਪਦੇਸ਼ ਦਿੱਤਾ ਹੈ। ਬਾਣੀ ਪੜ੍ਹਦਿਆਂ ਤੋਂ ਵਿਚਾਰਾਂ ਕਰਦਿਆਂ ਤੋਂ ਇੱਕ ਨਹੀਂ ਅਨੇਕਾਂ ਹੀ ਭੁੱਲਾਂ ਹੋ ਜਾਂਦੀਆਂ ਹਨ। ਗੁਰੂ ਦੀ ਸੰਗਤ ਗੁਰੂ ਬਖਸ਼ਣਹਾਰ ਹੈ। ਹੋਈਆਂ ਭੁੱਲਾਂ ਦੀ ਖਿਮਾ ਆਓ। 6 ਪੌੜੀਆਂ ਆਨੰਦ ਸਾਹਿਬ ਦਾ ਜਾਪ ਕਰਕੇ ਅਰਦਾਸ ਬੇਨਤੀ ਕਰੀਏ। ਮਹਾਰਾਜ